ਸਮਾਂ ਇਤਿਹਾਸ ਘੜ ਜਾਂਦਾ ਹੈ ਤੇ ਇਤਿਹਾਸ ਯੁਗਾਂ ਯੁਗਾਂਤਰਾਂ ਤੱਕ ਅਮਰ ਹੋ ਜਾਂਦਾ ਹੈ। ਇਤਿਹਾਸ ਦੇ ਉਹ ਸੁਨਹਿਰੀ ਪੰਨੇ ਗਵਾਹ ਹਨ ਕਿ ਹਿੰਦੁਸਤਾਨ ਦੀ ਵਡਭਾਗੀ ਧਰਤੀ ਨੂੰ ਹੀ ਸਮੇਂ-ਸਮੇਂ ਸਿਰ ਅਨੇਕਾਂ ਮਹਾਪੁਰਸ਼ਾਂ ਤੇ ਅਵਤਾਰਾਂ ਦੀ ਚਰਨ ਛੂਹ ਨਸੀਬ ਹੋਣ ਦਾ ਮਾਣ ਪ੍ਰਾਪਤ ਹੈ। ਮਹਾਪੁਰਸ਼ਾਂ ਦੀ ਸਤਕਰਮਾਂ ਸਦਕਾ ਹੀ ਇੱਥੇ ਤੇ ਵਸਨੀਕ ਹਮੇਸ਼ਾ ਧਾਰਮਿਕ ਵਿਚਾਰਾਂ ਨਾਲ ਲਬਰੇਸ ਰਹੇ ਹਨ। ਨਿਸਵਾਰਥ ਅਤੇ ਨਿਰਲੋਭ ਭਾਵਨਾ ਨਾਲ ਸਮਾਜ ਦੀ ਸੇਵਾ ਕਰਦੇ ਹੋਏ ਆਪਣਾ ਪੂਰਾ ਜੀਵਨ ਅਰਪਣ ਕਰ ਦੇਣ ਵਾਲੇ ਵਿਰਲੇ ਹੀ ਸੱਚੇ ਸੰਤ ਸਤਿਗੁਰੂ ਰੂਪ ਵਿੱਚ ਮਿਲਦੇ ਹਨ। ਇਸੇ ਕੜੀ ਵਿੱਚ ਗਰੀਬਦਾਸੀ ਸੰਪਰਦਾਇ ਦੇ ਉਦਗਮ ਸਰੋਤ ਅਤੇ ਅਲੌਕਿਕ ਮਿੱਠੀ ਬਾਣੀ ਦੇ ਰਚਨਕਾਰ ਆਚਾਰਿਆ ਸ਼੍ਰੀ ਗਰੀਬਦਾਸ ਜੀ ਮਹਾਰਾਜ ਦਾ ਨਾਮ ਪ੍ਰਮੁਖਤਾ ਨਾਲ ਲਿਆ ਜਾ ਸਕਦਾ ਹੈ। ਆਚਾਰਿਆ ਸ਼੍ਰੀ ਗਰੀਬਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਨਾਮਦਾਨ ਦੀ ਬਖਸ਼ਿਸ਼ ਕਰਕੇ ਸ਼ਬਦ ਨਾਲ ਜੋੜਿਆ ਹੈ। ਆਪ ਜੀ ਦਾ ਜਨਮ ਵਿਕਰਮੀ ਸੰਮਤ 1774 ਈਸਵੀ ਸਨ 1717 ਨੂੰ ਵਿਸਾਖ ਪੁੰਨਿਆ ਵਾਲੇ ਦਿਨ ਪਿਤਾ ਸ਼੍ਰੀ ਬਲਰਾਮ ਜੀ ਅਤੇ ਮਾਤਾ ਸ਼੍ਰੀਮਤੀ ਰਾਣੀ ਜੀ ਦੇ ਘਰ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਝੱਜਰ ਪਿੰਡ ਛੁਡਾਣੀ ਵਿੱਚ ਹੋਇਆ। ਬਾਰਾਂ ਸਾਲ ਦੀ ਬਾਲੜੀ ਉਮਰੇ ਆਪ ਦਾ ਮਿਲਾਪ ਪੂਰਨ ਸੰਤ ਸਤਿਗੁਰੂ ਕਬੀਰ ਸਾਹਿਬ ਨਾਲ ਹੋਇਆ ਤੇ ਆਪ ਜੀ ਦੀ ਨਿਰਲੇਪ ਅੰਤਰਾਤਮਾ ਪੁਕਾਰ ਉੱਠੀ। ਸਤਪੁਰਸ਼ ਸਮਰਥ ਹੁੰਕਾਰਾ ਅਦਲੀ ਪੁਰਸ਼ ਕਬੀਰ ਹਮਾਰਾ। ਆਚਾਰਿਆ ਸ਼੍ਰੀ ਗਰੀਬਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਨਾਮ ਦੇ ਅਭਿਆਸ ਉੱਤੇ ਜ਼ੋਰ ਦਿੰਦਿਆਂ ਸਵਾਸ ਸਵਾਸ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਆਪ ਜੀ ਨੇ ਕਿਹਾ ਹੈ ਕਿ ਮਾਨਵ ਜੀਵਨ ਹੀ ਪ੍ਰਭੂ ਪ੍ਰਾਪਤੀ ਦਾ ਦੁਰਲਭ ਅਵਸਰ ਹੈ। ਆਚਾਰਿਆ ਸ਼੍ਰੀ ਗਰੀਬਦਾਸ ਜੀ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਹਮੇਸ਼ਾ ਜਾਤ ਪਾਤ ਦਾ ਖੰਡਨ ਕੀਤਾ ਅਤੇ ਸੰਪੂਰਨ ਸ੍ਰਿਸ਼ਟੀ ਨੂੰ ਬ੍ਰਹਮ ਦੀ ਉਤਪਤੀ ਮੰਨਿਆ ਹੈ। ਆਪ ਨੇ ਸਤਸੰਗ ਦਾ ਮਹੱਤਵ ਸਮਝਾਉਂਦੇ ਹੋਏ ਪ੍ਰਕਾਸ਼ ਪਾਇਆ ਹੈ ਕਿ ਸਤਸੰਗ ਕਰਦਿਆਂ ਦੁਸ਼ਟ ਵੀ ਸੱਜਣ ਪੁਰਸ਼ ਬਣ ਜਾਂਦਾ ਹੈ। ਆਪ ਜੀ ਦੇ ਵਡਮੁੱਲੇ ਤੇ ਦੁਰਲਭ ਸਤ ਵਚਨ ਸਦੀਵੀ ਲੋਕਾਈ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੰਮਤ 1835 ਈਸਵੀ ਆਚਾਰਿਆ ਸ਼੍ਰੀ ਗਰੀਬਦਾਸ ਜੀ ਮਹਾਰਾਜ ਆਪਣੀ ਅਲੌਕਿਕ ਜੀਵਨ ਯਾਤਰਾ ਨੂੰ ਵਿਰਾਮ ਦੇ ਕੇ 61 ਸਾਲਾਂ ਦੀ ਉਮਰ ਵਿੱਚ ਭੌਤਿਕ ਸਰੀਰ ਦਾ ਤਿਆਗ ਕਰਦੇ ਹੋਏ ਸ਼ਬਦ ਵਿੱਚ ਵਲੀਨ ਹੋ ਗਏ। ਆਪ ਜੀ ਦੀ ਰਚੀ ਬਾਣੀ ਉੱਪਰ ਅਨੇਕਾਂ ਵਿਦਵਾਨ ਪੁਰਸ਼ਾਂ ਨੇ ਖੋਜ ਕਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀਆਂ ਤੋਂ PhD ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਝੱਜਰ ਵਿੱਚ ਸੁਸ਼ੋਭਿਤ ਸ਼੍ਰੀ ਛਡਾਣੀ ਧਾਮ ਆਪ ਜੀ ਦੀ ਅਲੌਕਿਕ ਜੀਵਨ ਗਾਥਾ ਦਾ ਗਵਾਹ ਹੈ। ਆਚਾਰਿਆ ਸ਼੍ਰੀ ਗਰੀਬਦਾਸ ਜੀ ਮਹਾਰਾਜ ਤੋਂ ਦੋ ਪਾਰੰਪਰਕ ਧਾਰਾਵਾਂ ਨਾਦੀ ਅਤੇ ਬਿੰਦੀ ਪ੍ਰਚਲਿਤ ਹੋਈਆਂ। ਬਿੰਦੀ ਧਾਰਾ ਵਿੱਚ ਇਸ ਸਮੇਂ ਛਡਾਣੀ ਧਾਮ ਦੇ ਮਹਾਨ ਸ਼੍ਰੀ ਦਇਆ सागर जी मेहरबान विराजमान हैं। हमारे अध्यात्म जगत में सदगुरु कबीर साहब का बहुत बड़ा स्थान है। कबीर के ही पूर्ण अवतार के रूप में आचार्य गरीबदास साहिब हुए, जो कि दिल्ली के पास इस छुडानी धाम में जिला झज्जर में एक क्षत्रिय जाट परिवार के अंदर जन्म लेकर 61 वर्ष तक उन्होंने कल्याण का मार्ग दिखाया। अपनी अमृतमयी वाणी के द्वारा गरीबदास साहिब ने अनेकों भक्तों का कल्याण किया है। उनके आश्रम, उनके संत, उनकी वाणी
भक्तों के कल्याण का एक बहुत बड़ा साधन है। हमारी इसी गरीबदासीय परंपरा में, यहाँ छत्री साहब छुडानी धाम सर्वोच्च गरीबदासीय पीठ में श्री महंतों की परंपरा है। आचार्य गरीबदास जी के बाद उनके बड़े पुत्र तुलसीराम जी, शीलवंत राम जी, शिवदयाल जी, रामकृष्ण दास जी और मेरे पूज्य गुरुदेव गंगासागर जी हुए। अब ये 8वीं पीढ़ी है, 8वीं गद्दी है। इसी तरह से हमारे संत भूरी वाले ब्रह्म सागर जी की बड़ी पवित्र परंपरा चली, जिसमें सतगुरु भूरी वाले महाराज जी के बाद परम पूज्य स्वामी लालदास महाराज जी गद्दी नशीन हुए। उनके बाद परम पूज्य स्वामी ब्रह्मानंद जी गऊओं वाले गद्दी नशीन हुए और अब वर्तमान समय में परम पूज्य स्वामी चेतनानंद वेदांताचार्य जी महाराज उस पवित्र गद्दी पर आसीन हैं, जो कि हमारे गरीबदासी संप्रदाय के बहुत विद्वान और परोपकारी संतों में गिने जाते हैं। जो महाराज भूरी वालों की गद्दी पर होता है वो उनका ही स्वरूप होता है और सभी भक्त और पूरा पंथ उनके अंदर उसी ज्योत को देखता है। स्वामी ब्रह्मानंद महाराज जी ने अपने समय में एक बहुत बड़ा अभियान चलाया। मैं तो उसको एक आंदोलन कहता हूँ कि पंजाब प्रांत के जो बहुत पिछड़े हुए, जहाँ पर लोगों को बहुत ज़्यादा ज़रूरत थी, उन स्थानों पर स्वामी ब्रह्मानंद महाराज जी ने स्कूल, कॉलेज, अस्पताल, डिस्पेंसरी और बहुत कुछ अपने ट्रस्ट के माध्यम से गरीबदास साहिब के नाम पर, भूरी वाले महाराज जी के नाम पर बनवाए। स्वामी ब्रह्मानंद जी को हम हर समय याद करते हैं। उन जैसे महान पुरुषों का होना बड़ा कठिन है। सदा त्याग, विरक्त और परोपकार, इसको ही उन्होंने अपने जीवन का ध्येय रखा है। हरिद्वार के अंदर, वृंदावन के अंदर बहुत से आश्रमों का संचालन किया और अब वर्तमान में स्वामी चेतनानंद वेदांताचार्य जी अपने गुरु महाराज जी के चरण चिन्हों पर चलकर भक्तों का कल्याण कर रहे हैं। मैं आचार्य गरीबदास साहिब से प्रार्थना करता हूँ कि आपके पंथ के ऐसे ऐसे महान संत सदैव संगतों के मार्गदर्शन के लिए प्रयासरत रहें। बोलिए बंदी छोड़ महाराज की जय। ਨਾਦੀ ਤਾਰਾ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਵਾਮੀ ਬ੍ਰਹਮ ਸਾਗਰ ਜੀ ਮਹਾਰਾਜ ਪੂਰੀ ਵਾਲੇ ਗੱਦੀ ਨਸ਼ੀਨ ਹੋਏ। ਆਪ ਜੀ ਦਾ ਜਨਮ ਬਿਕਰਮੀ ਸੰਮਤ 1919 ਦੇ ਭਾਦੋ ਮਹੀਨੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਵਾਲੇ ਦਿਨ ਪਿਤਾ ਸ਼੍ਰੀ ਬੀਰੂ ਰਾਮ ਜੀ ਦੇ ਘਰ ਅਤੇ ਮਾਤਾ ਸ਼੍ਰੀਮਤੀ ਹੋਲੀ ਦੇਵੀ ਜੀ ਦੀ ਸੁਭਾਗੀ ਕੁੱਖੋਂ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਰਾਮਪੁਰ ओसवाल ਵਿੱਚ ਹੋਇਆ। ਆਪਣੇ ਜੀਵਨ ਕਾਲ ਵਿੱਚ ਸਵਾਮੀ ਬ੍ਰਹਮ ਸਾਗਰ ਜੀ ਮਹਾਰਾਜ ਨੇ ਵਹਿਮਾਂ ਭਰਮਾਂ ਵਿੱਚੋਂ ਲੋਕਾਂ ਨੂੰ ਕੱਢਿਆ। ਆਪਨੇ ਗੁਰੂ ਦੀ ਮਹੱਤਤਾ ਉੱਪਰ ਪ੍ਰਕਾਸ਼ ਪਾਉਂਦਿਆਂ ਕਿਹਾ ਹੈ ਕਿ ਗੁਰੂ ਗਿਆਨ ਪ੍ਰਕਾਸ਼ ਦਾ ਪ੍ਰਤੀਕ ਹੈ। ਮਹਾਰਾਜ ਬ੍ਰਹਮ ਸਾਗਰ ਪੂਰੀ ਵਾਲਿਆਂ ਨੇ ਨਾਮਦਾਨ ਦੀ ਬਖਸ਼ਿਸ਼ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਸ਼ਬਦ ਮਾਰਗ ਨਾਲ ਜੋੜਿਆ। ਆਪ ਹਜ਼ੂਰ ਤੋਂ 17 ਮਹਾਪੁਰਸ਼ਾਂ ਤੇ ਸੰਤਾਂ ਨੇ ਨਾਮਦਾਨ ਦੀ ਪ੍ਰਾਪਤੀ ਕਰਕੇ ਗਰੀਬਦਾਸੀ ਪਰੰਪਰਾ ਦੁਆਰਾ ਲਗਾਏ ਗਏ ਭਗਤੀ ਭਾਵ ਦੇ ਬੂਟੇ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਆਪ ਜੀ ਦੀ ਅਨੰਤ ਭਗਤੀ ਦੇ ਯਸ਼ ਸਦਕਾ ਹੀ ਗਰੀਬਦਾਸੀ ਸੰਪਰਦਾਇ ਦੇ ਸੰਤ ਮਹਾਪੁਰਸ਼ ਪੂਰੀ ਵਾਲੇ ਮਹਾਪੁਰਸ਼ ਦੇ ਨਾਮ ਨਾਲ ਪ੍ਰਸਿੱਧ ਹੋਏ। ਸਵਾਮੀ ਬ੍ਰਹਮ ਸਾਗਰ ਜੀ ਮਹਾਰਾਜ ਨਿਰੰਤਰ ਅਤੇ ਅਣਥਕ ਸਤਕਰਮਾਂ ਦੁਆਰਾ ਸੰਗਤ ਨੂੰ ਰੂਹਾਨੀ ਉਪਦੇਸ਼ਾਂ ਨਾਲ ਸਤਕਰਮੀ ਬਣਾਉਂਦੇ ਹੋਏ ਬਿਕਰਮੀ ਸੰਮਤ 2004 ਸਨ 1947 ਦੇ ਸਤੰਬਰ ਮਹੀਨੇ 23 ਤਰੀਕ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਜਲੂਰ ਧਾਮ ਵਿਖੇ ਆਪਣਾ ਪਵਿੱਤਰ ਪੰਜ ਭੌਤਿਕ ਚੋਲਾ ਤਿਆਗ ਸਤਜੋਤ ਵਿੱਚ ਸਮਾ ਗਏ। ਗਰੀਬਦਾਸੀ ਨਾਦੀ ਤਾਰਾ ਦੀ ਪਵਿੱਤਰ ਪਰੰਪਰਾ ਨੂੰ ਗੁਰੂ ਮਰਿਆਦਾ ਅਨੁਸਾਰ ਅੱਗੇ ਤੋਰਦੇ ਹੋਏ ਸਵਾਮੀ ਲਾਲਦਾਸ ਜੀ ਮਹਾਰਾਜ ਪੂਰੀ ਵਾਲਿਆਂ ਦੀ ਗੁਰਗੱਦੀ ਤੇ ਗੁਰੂ ਰੂਪ ਵਿੱਚ ਸੁਸ਼ੋਭਿਤ ਹੋਏ। ਆਪ ਨੇ 28 ਸਾਲ ਲਈ ਸੰਪਰਦਾਇ ਦੀ ਸੁਯੋਗ ਰਹਿਨਮਾਈ ਕੀਤੀ। ਸਵਾਮੀ ਲਾਲਦਾਸ ਜੀ ਮਹਾਰਾਜ ਪੂਰੀ ਵਾਲਿਆਂ ਦਾ ਜਨਮ ਬਿਕਰਮੀ ਸੰਮਤ 1946 ਨੂੰ ਪੋਸੂ ਦੀ ਦੂਜ ਵਾਲੇ ਦਿਨ ਸਨ 1899 ਦੀ 25 ਦਸੰਬਰ ਨੂੰ ਬਲ ਪਰਿਵਾਰ ਵਿੱਚ ਪਿਤਾ ਸਰਦਾਰ ਕਾਹਨ ਸਿੰਘ ਜੀ ਅਤੇ ਮਾਤਾ ਸ਼੍ਰੀਮਤੀ ਪ੍ਰਤਾਪ ਕੌਰ ਜੀ ਦੇ ਘਰ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਨਗਰ ਰਕਬਾ ਵਿਖੇ ਹੋਇਆ। ਆਪ ਜੀ ਦੇ ਅੰਦਰ ਮਹਾਰਾਜ ਬ੍ਰਹਮ ਸਾਗਰ ਜੀ ਪੂਰੀ ਵਾਲਿਆਂ ਦੇ ਦਰਸ਼ਨ ਕਰਕੇ ਵਿਰਾਗ ਉਤਪੰਨ ਹੋਇਆ ਅਤੇ ਆਪ ਮੁਨਸ਼ੀ ਸਿੰਘ ਤੋਂ ਲਾਲਦਾਸ ਬਣ ਗਏ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਰਮੀ ਪਿੰਡ 'ਚ ਬ੍ਰਹਮ ਸਾਗਰ ਜੀ ਪੂਰੀ ਵਾਲਿਆਂ ਦੀ ਸੰਗਤ ਕਰਦਿਆਂ ਆਪ ਬ੍ਰਹਮ ਮਾਰਗ ਦੇ ਪਾਂਦੀ ਹੋ ਗਏ। ਆਪ ਜੀ ਨੇ ਪੰਜਾਬ ਦੇ ਪਛੜੇ ਇਲਾਕਿਆਂ ਦੇ ਵਸਨੀਕਾਂ ਦੇ ਦਰਦਾਂ ਤੇ ਤਕਲੀਫਾਂ ਨੂੰ ਜਾਣਿਆ ਤੇ ਉੱਲੇ ਭਟਕੇ ਨਸ਼ਿਆਂ ਦੇ ਅੰਨੇ ਹਨੇਰੇ ਖੂਹ ਵਿੱਚ ਡੁੱਬੇ ਲੋਕਾਂ ਨੂੰ ਸਤ ਪ੍ਰਕਾਸ਼ ਨਾਲ ਰੁਸ਼ਨਾਉਂਦਿਆਂ ਸਤ ਮਾਰਗੀ ਬਣਾਇਆ ਅਤੇ ਸਤ ਸ਼ਬਦ ਨਾਲ ਜਾਣੂ ਕਰਵਾਇਆ। ਆਪ ਹਜ਼ੂਰ ਦੀ ਵਿਸ਼ੇਸ਼ਤਾ ਸੀ, ਆਪ ਬਹੁਤ ਹੀ ਘੱਟ ਬੋਲਿਆ ਕਰਦੇ ਸਨ। ਰਕਬਾ ਵਿਖੇ ਬ੍ਰਹਮ ਸਾਗਰ ਮਹਾਰਾਜ ਨੇ ਤਪ ਕੀਤਾ। थोड़ा बोले थिर रहे, करे अगम की बात, अनहदपुर में आरती करते हैं दिन रात। अपनी अध्यात्मक जीवन यात्रा करते हुए परम संत महापुरुष महाराज स्वामी लालदास जी महाराज 14 अगस्त 1975 ਨੂੰ ਸਾਉਣ ਮਹੀਨੇ ਦੀ ਅਸ਼ਟਮੀ ਵਾਲੇ ਦਿਨ ਪੰਜ ਭੌਤਿਕ ਸਰੀਰ ਤਿਆਗ ਕਰਦੇ ਹੋਏ ਬ੍ਰਹਮਲੀਨ ਹੋ ਗਏ। 16 ਅਗਸਤ 1975 ਨੂੰ ਆਪ ਜੀ ਦੇ ਪਵਿੱਤਰ ਸਰੀਰ ਨੂੰ ਹਰਿਦੁਆਰ ਵਿਖੇ ਗੰਗਾ ਜੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਧਰਮ ਇਤਿਹਾਸ ਦਾ ਇੱਕ ਵਡਮੁੱਲਾ ਮੋਤੀ ਪਰਮਾਤਮਾ ਨਾਲ ਆਤਮਸਾਤ ਹੋਇਆ। स्वामी लालदास पूरी वालियां के जन्म दिवस जेठ सुदी दूज वाले दिन हर वरे शोभा यात्रा कड्डी जाती है। संतां ਅਤੇ महापुरुषों का जीवन लोक हितां ਨੂੰ समर्पित ਮੰਨਿਆ ਗਿਆ ਹੈ। ਇਹਨਾਂ ਰੂਹਾਂ ਦਾ ਹਰ ਕਰਮ ਦੁਨੀਆ ਦੇ ਭਲੇ ਲਈ ਹੀ ਹੁੰਦਾ ਹੈ। पद्म जल मले देखो बारे बाटे दो शब्द हमारा सारे वस्तु है पको वादन जाने नो ब्रह्म शब्द से जुड़िया राजा कविष्टा नाम हो गए इंद्राणी नो सुखदेव बात हो रंबाया आई जाकर ध्यान लगाया लगे निर्माने नो वदात तगया पलक पगारा बूझे ਸੰਗਤਾਂ ਬਿਨਾਂ ਕਿਸੇ ਭੇਦਭਾਵ ਤੋਂ ਰਲ ਮਿਲ ਕੇ ਗੁਰੂ ਘਰ ਵਿੱਚ ਸੇਵਾ ਕਰਦੀਆਂ ਹਨ। ਆਈਆਂ ਸੰਗਤਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਬੜੀ ਸ਼ਰਧਾ ਤੇ ਪਿਆਰ ਨਾਲ ਲੰਗਰ ਛਕਾਇਆ ਜਾਂਦਾ ਹੈ। उपरंत गरीबदासी संप्रदाय के नादी परंपरा वाले तीसरे गुरु ब्रह्म ज्ञानी संत महापुरुष ब्रह्मानंद जी महाराज पूरी वाले दिक्कत की नशीनी हरिद्वार के ब्रह्म निवास आश्रम विच खट दर्शन साधु समाज गरीबदासी संप्रदाय की सर्वोच्च पीठ ते उस समय के पीठाधीश्वर श्री महंत गंगा सागर जी ਅਤੇ ਪੂਰੀ ਵਾਲੇ ਪੇਕ ਦੇ ਸਮੁੱਚੇ ਸੰਤ ਜਨਾਂ ਵੱਲੋਂ ਗੁਰੂ ਗੱਦੀ ਤੇ ਸੁਸ਼ੋਭਿਤ ਕਰਦਿਆਂ ਕੀਤੀ ਗਈ। ਗੱਦੀ ਤੇ ਆਸੀਨ ਹੁੰਦਿਆਂ ਹੀ ਆਪ ਨੇ ਸਮਾਜ ਕੇ ਦੁਕਾਰ ਪਰਤਨ ਦਾ ਪ੍ਰਣ ਕਰ ਲਿਆ। ਆਚਾਰਿਆ ਸ਼੍ਰੀ ਗਰੀਬਦਾਸ ਜੀ ਫਰਮਾਉਂਦੇ ਹਨ, ਗਰੀਬ ਕਥਨੀ ਸੇ ਕਥ ਹੈ ਨਹੀਂ, ਕਰਨੀ ਸੇ ਰੰਗ ਲਾਗ, ਕਰਨੀ ਕਰ ਜਰਨਾ ਜਰੇ, ਸੋ ਜੋਗੀ ਵਡਭਾਗ। श्री ब्रह्मानंद जी महाराज पूरी वाले जी का अवतार जिला नवा शहर की तहसील बलाचौर के पिंड चूड़पुर विच सन 1912 ਨੂੰ
ਪਿਤਾ ਸ਼੍ਰੀ ਧਨੀ ਰਾਮ ਜੀ ਅਤੇ ਮਾਤਾ ਸ਼੍ਰੀਮਤੀ ਰਾਮ ਤੇਜੀ ਦੇ ਗ੍ਰਹਿ ਨਿਵਾਸ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂ ਸਰਦਾਰ ਗਰਦਾਰੀ ਸਿੰਘ ਰੱਖਿਆ ਗਿਆ। ਨੈਣੀਤਾਲ ਵਿਖੇ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਅਤੇ ਉੱਚੇ ਸਮਾਜਿਕ ਰੁਤਬੇ ਵਾਲੇ ਸਰਦਾਰ ਗਰਦਾਰੀ ਸਿੰਘ ਮਹਾਰਾਜ ਲਾਲ ਦਾਸ ਜੀ ਪੂਰੀ ਵਾਲਿਆਂ ਦੇ ਦਰਸ਼ਨ ਪਾ ਦੁਨਿਆਵੀ ਦੌਲਤਾਂ ਤੋਂ ਉਪਰਾਮ ਹੋ ਉੱਠੇ ਤੇ ਸੰਨ 1962 ਦੇ ਜੂਨ ਮਹੀਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦ ਸ਼ਹਿਰ ਦੇ ਕਸਬਾ ਜਗੀਰਾਬਾਦ ਦੀ ਕੁਟੀਆ ਵਿੱਚ ਸੰਨਿਆਸ ਧਾਰਨ ਕਰਦੇ ਹੋਏ ਗਰਦਾਰੀ ਸਿੰਘ ਤੋਂ ਸਵਾਮੀ ਬ੍ਰਹਮਾਨੰਦ ਦੇ ਰੂਪ ਵਿੱਚ ਵਿਸ਼ਾਲ ਸੰਗਤਾਂ ਦੇ ਸਾਹਮਣੇ ਰੂਬਰੂ ਹੋਏ। ਆਪ ਜੀ ਨੇ ਆਪਣੇ ਕਰਮਾਂ ਨੂੰ ਪਛਾਣਿਆ ਤੇ ਲੋਕ ਭਲਾਈ ਦੇ ਕਾਰਜਾਂ ਨਾਲ ਆਪਣਾ ਅਧਿਆਤਮਕ ਜੀਵਨ ਸਫਰ ਆਰੰਭ ਕੀਤਾ। ਸਤਿਗੁਰੂ ਬ੍ਰਹਮਾਨੰਦ ਜੀ ਮਹਾਰਾਜ ਗਊ, ਗਰੀਬ ਅਤੇ ਕੰਨਿਆ ਦੀ ਰੱਖਿਆ ਅਤੇ ਭਲਾਈ ਦੇ ਪੂਰਨ ਹਾਮੀ ਸਨ। ਆਪਨੇ ਇਸ ਵਿਚਾਰ ਨੂੰ ਪ੍ਰਚਾਰਦਿਆਂ ਹੀ ਨਹੀਂ ਬਲਕਿ ਇਸ ਵਿਚਾਰ ਨੂੰ ਕਰਨੇ ਵਿੱਚ ਬਦਲ ਕੇ ਵੀ ਵਿਖਾਇਆ। ਆਪਨੇ ਮਹਿਸੂਸ ਕੀਤਾ ਕਿ ਅਖਰੀ ਗਿਆਨ ਬਿਨਾ ਪਰਮਾਰਥ ਦੇ ਰਸਤੇ ਉੱਪਰ ਤੁਰਨਾ ਬੜਾ ਕਠਿਨ ਹੈ। ਪਛੜੇ ਇਲਾਕਿਆਂ ਵਿੱਚ ਅੱਖਰ ਗਿਆਨ ਦੀਆਂ ਨਾਮਾਤਰ ਸਹੂਲਤਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਮਹਾਪੁਰਸ਼ਾਂ ਨੇ ਕਾਲਜ ਉਸਾਰਨ ਦਾ ਪ੍ਰਣ ਕਰ ਲਿਆ। ਪੋਜੀਵਾਲ ਦੇ ਲੋਕਾਂ ਨੇ ਕਾਲਜ ਵਾਸਤੇ 45 ਏਕੜ ਜ਼ਮੀਨ ਵੀ ਦਾਨ ਵਜੋਂ ਦੇ ਦਿੱਤੀ। ਮਹਾਰਾਜ ਦੀ ਸਰਪ੍ਰਸਤੀ ਹੇਠ 35 ਮੈਂਬਰੀ ਪ੍ਰਮੋਟਰ ਕਮੇਟੀ ਬਣਾਈ ਗਈ ਅਤੇ ਟਰਸਟਾਂ ਤੇ ਵਿਧਾਨ ਪੜ੍ਹ ਕੇ ਇੱਕ 9 ਮੈਂਬਰੀ ਐਜੂਕੇਸ਼ਨ ਟਰਸਟ ਦਾ ਗਠਨ ਕੀਤਾ ਗਿਆ। ਸੰਨ 1984 ਦੇ ਵਿੱਚ ਮਹਾਰਾਜ ਬ੍ਰਹਮਾਨੰਦ ਜੀ ਭੂਰੀ ਵਾਲਿਆਂ ਵੱਲੋਂ ਮਹਾਰਾਜ ਬ੍ਰਹਮ ਸਾਗਰ ਜੀ ਭੂਰੀ ਵਾਲੇ ਗਰੀਬਦਾਸ ਜੀ ਨਾਂ ਦੇ ਟਰਸਟ ਦੀ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ 1986 ਦੇ ਵਿੱਚ ਇਸ ਟਰਸਟ ਵੱਲੋਂ ਇੱਕ ਕਾਲਜ ਉਸਾਰਿਆ ਗਿਆ, ਜਿਹਦੀ ਇੱਕ ਬਿਲਡਿੰਗ ਉਸਾਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ। ਅੱਜ ਉਹ MBG ਗਵਰਨਮੈਂਟ ਕਾਲਜ ਦੇ ਨਾਂ ਪੋਜਾਲ ਦੇ ਨਾਂ ਤੇ ਚੱਲ ਰਿਹਾ ਹੈ। 25 ਜੁਲਾਈ 1984 ਨੂੰ ਮਹਾਪੁਰਸ਼ ਸ੍ਰੀ ਬ੍ਰਹਮਾਨੰਦ ਜੀ ਮਹਾਰਾਜ ਪੂਰੀ ਵਾਲੇ ਗਰੀਬਦਾਸ ਜੀ ਦਾ ਸੁਪਨਾ ਸਾਕਾਰ ਹੋਇਆ। ਹਵਨ ਕਰਕੇ ਭੂਮੀ ਪੂਜਨ ਦੀ ਰਸਮ ਅਦਾ ਕੀਤੀ ਗਈ ਅਤੇ ਮਹਾਰਾਜ ਪੂਰੀ ਵਾਲੇ ਗਰੀਬਦਾਸ ਜੀ ਸਰਕਾਰੀ ਕਾਲਜ ਪੋਚੀਵਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਕਾਲਜ ਕੋ ਐਜੂਕੇਸ਼ਨ ਹੈ। ਸ਼ੁਰੂ ਵਿੱਚ ਇਸ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ ਕੁੱਲ 86 ਸੀ, ਜਿਹੜੀ ਇਸ ਸਮੇਂ 308 ਵਿਦਿਆਰਥੀਆਂ ਦੀ ਹੈ। ਇਸ ਕਾਲਜ ਵਿੱਚ ਸਹਿਯੋਗ ਅਧਿਆਪਕ ਸੇਵਾ ਕਰਦੇ ਹਨ। ਪੋਜੀਵਾਲ ਦਾ ਕਾਲਜ 3 ਕਮਰੇ ਵਿੱਚ ਆਰੰਭ ਹੋਇਆ ਸੀ, ਜਿੱਥੇ ਅੱਜ 6 ਕਮਰਿਆਂ ਦਾ ਕਾਲਜ ਉਸਰ ਚੁੱਕਿਆ ਹੈ। 15 ਸਤੰਬਰ 1984 ਨੂੰ ਲੋਕ ਸਭਾ ਦੇ ਸਪੀਕਰ ਸ਼੍ਰੀ ਬਲਰਾਮ ਜਾਖੜ ਨੇ ਰਸਮੀ ਤੌਰ ਤੇ ਪੋਜੀਵਾਲ ਕਾਲਜ ਦਾ ਨੀਂਹ ਪੱਥਰ ਰੱਖਿਆ। 18 ਜੂਨ 1984 ਨੂੰ ਸਬ ਰਜਿਸਟਰਾਰ ਬਲਾਚੌਰ ਨੇ ਪੋਜੀਵਾਲ ਕਾਲਜ ਨੂੰ ਰਜਿਸਟਰ ਕੀਤਾ। 5 ਅਪ੍ਰੈਲ 1986 ਵਾਲੇ ਦਿਨ ਸਿੱਖਿਆ ਮੰਤਰੀ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਜੀ ਨੇ ਕਾਲਜ ਦਾ ਦੌਰਾ ਕੀਤਾ ਤੇ ਕਾਲਜ ਨੂੰ ਸਰਕਾਰੀ ਪ੍ਰਬੰਧਾਂ ਹੇਠ ਲੈਣ ਦਾ ਐਲਾਨ ਕੀਤਾ। 2 ਅਗਸਤ 1986 ਨੂੰ ਮੁੱਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਨੇ ਇਸ ਕਾਲਜ ਵਿੱਚ ਆ ਕੇ ਜਾਇਜ਼ਾ ਲਿਆ ਅਤੇ ਸਰਕਾਰੀ ਪ੍ਰਬੰਧਾਂ ਹੇਠ ਪੜ੍ਹਾਈ ਕਰਵਾਉਣਾ ਆਰੰਭ ਕਰਵਾਇਆ। ਇਹਨਾਂ ਸੰਸਥਾਵਾਂ ਲਈ ਸਾਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਹਮੇਸ਼ਾ ਹੀ ਮਦਦ ਕਰਦੇ ਰਹੀਆਂ। ਪਹਿਲੇ ਸ਼ੁਰੂ ਦੇ ਵਿੱਚ ਬਲਰਾਮ ਜਾਖੜ ਜੀ ਸਪੀਕਰ ਨੇ ਜਿਹੜਾ ਹੈ ਪੋਜਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀਗਾ। ਉਹ ਤੋਂ ਬਾਅਦ ਸੁਖਜਿੰਦਰ ਸਿੰਘ ਜੀ ਉਹਨੂੰ ਟੇਕ ਓਵਰ ਕਰਨ ਲਈ, ਜਿਹੜੇ ਕਿ ਵਿੱਦਿਆ ਮੰਤਰੀ ਸੀਗੇ ਉਸ ਸਮੇਂ ਸਰਕਾਰ ਦੇ ਵਿੱਚ, ਔਰ ਉਸ ਸਮੇਂ ਦੇ ਚੀਫ ਮਿਨਿਸਟਰ ਸਰ ਸੁਰਜੀਤ ਸਿੰਘ ਬਰਨਾਲਾ ਜੀ ਨੇ ਉਸ ਕਾਲਜ ਨੂੰ ਟੇਕ ਓਵਰ ਕੀਤਾ। ਪੋਜਲ ਜਿਹੜਾ ਕਿ ਮਹਾਰਾਜ ਪੂਰੀ ਵਾਲੇ ਗਰੀਬਦਾਸ ਸੀ ਗਵਰਨਮੈਂਟ ਕਾਲਜ ਹੈ। ਪਿੰਡ ਪੋਜਲ ਨੇ 45 ਕਿੱਲੇ ਜ਼ਮੀਨ ਸਾਨੂੰ ਦਿੱਤੀ। ਉਹਦੇ ਵਿੱਚ ਅਸੀਂ ਇੱਕ ਗਵਰਨਮੈਂਟ ਜਿਹੜਾ ਕਾਲਜ ਹੈ ਪਹਿਲੇ ਬਣਾਇਆ ਔਰ ਫਿਰ ਸਰਕਾਰ ਨੂੰ ਦੇ ਦਿੱਤਾ ਤੇ 30 ਏਕੜ ਜ਼ਮੀਨ ਨਵੋਦਿਆ ਵਿਦਿਆਲਿਆ ਲਈ ਦੇ ਦਿੱਤੀ। ਵਿਦਿਆਦਾਨ ਦਾ ਇਹ ਪਰਚਮ ਉਦੋਂ ਹੋਰ ਉੱਚਾ ਲਹਿਰਾਇਆ ਜਦੋਂ 1994 ਵਿੱਚ ਮਹਾਰਾਜ ਬ੍ਰਹਮਾਨੰਦ ਪੂਰੀ ਵਾਲੇ ਗੋਕੁਲ ਗੌਰਡ ਗਰਲਸ ਕਾਲਜ ਸੱਤੇਵਾਲ ਕਾਲਜ ਹੋਂਦ ਵਿੱਚ ਆਇਆ, ਜਿੱਥੋਂ ਅੱਜ ਆਲੇ ਦੁਆਲੇ ਦੇ ਕਰੀਬ 110 ਪਿੰਡਾਂ ਦੀਆਂ ਬੱਚੀਆਂ ਵਿਦਿਆ ਲਾਭ ਲੈ ਰਹੀਆਂ ਹਨ। 12 ਨਵੰਬਰ 1996 ਵਿੱਚ ਪੰਜਾਬ ਦੇ ਸਮੇਂ ਦੇ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਦੁਆਰਾ ਸਰਕਾਰੀ ਹੱਥਾਂ ਵਿੱਚ ਲੈ ਕੇ ਕਾਲਜ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਇੱਕ ਲੰਮੀ ਜਦੋਜਹਿਦ ਤੋਂ ਬਾਅਦ 1997 ਵਿੱਚ ਸੱਤੇਵਾਲ ਦੇ ਇਸ ਕਾਲਜ ਨੂੰ ਪੰਜਾਬ ਵਿਸ਼ਵ ਵਿਦਿਆਲੇ ਵੱਲੋਂ ਮਾਨਤਾ ਮਿਲ ਗਈ। ਇਸ ਕਾਲਜ ਦੇ ਨਾਲ ਹੀ ਕਾਲਜ ਸ਼ੀਟ ਸੀਨੀਅਰ ਸੈਕੰਡਰੀ ਸਕੂਲ ਵੀ ਚਲਾਇਆ ਜਾ ਰਿਹਾ ਹੈ। ਇਹ ਸਕੂਲ ਪੰਜਾਬ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਹੈ। ਵਿਦਿਆ ਪ੍ਰਕਾਸ਼ ਦੇ ਰਾਹ ਨੂੰ ਹੋਰ ਰੋਸ਼ਨਾਂਦੇ ਹੋਏ ਸਵਾਮੀ ਬ੍ਰਹਮਾਨੰਦ ਜੀ ਮਹਾਰਾਜ ਦੇ ਯਤਨ ਸਦਕਾ 17 ਫਰਵਰੀ 1997 ਨੂੰ ਮਹਾਰਾਜ ਬ੍ਰਹਮਾਨੰਦ ਪੂਰੀ ਵਾਲੇ ਰਾਣਾ ਗਜਿੰਦਰ ਚੰਦ ਗਰਲਸ ਕਾਲਜ ਮੰਡਸੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਂਦ ਵਿੱਚ ਆਇਆ।
ਇਸ ਡਿਗਰੀ ਕਾਲਜ ਦਾ ਨੀਂਹ ਪੱਥਰ 18 ਮਈ 1997 ਵਾਲੇ ਦਿਨ ਹਵਨ ਕਰਕੇ ਸਵਾਮੀ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਜ਼ਿਕਰਯੋਗ ਹੈ ਕਿ ਇੱਥੇ ਪੜ੍ਹ ਰਹੀਆਂ 25 ਵਿਦਿਆਰਥਣਾਂ ਦੀ ਫੀਸ ਮਾਫ ਹੈ। ਇਹ ਕਾਰਵਾਂ ਆਪਣੇ ਅਮੁੱਲ ਮਕਸਦ ਨੂੰ ਲੈ ਕੇ ਇੱਕ ਵਿਦਿਆ ਸੈਲਾਬ ਦਾ ਰੂਪ ਧਾਰਨ ਕਰਦਾ ਗਿਆ ਅਤੇ ਇਹ ਕਾਲਜ ਆਪਣੇ ਇਲਾਕੇ ਵਿੱਚ ਇੱਕੋ ਹੀ ਕੰਨਿਆ ਕਾਲਜ ਹੈ ਅਤੇ ਕਰੀਬ ਆਸ-ਪਾਸ ਦੇ 33 ਪਿੰਡਾਂ ਦੀਆਂ ਬੱਚੀਆਂ ਇੱਥੇ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾ ਰਹੀਆਂ ਹਨ। ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਆਵਾਜਾਈ ਖਾਤਰ ਬੱਸਾਂ ਹਨ। ਐਡਵਾਂਸ ਟੈਕਨੋਲੋਜੀ ਤਹਿਤ ਕੰਪਿਊਟਰ ਕਲਾਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿੱਥੇ 10 ਕੰਪਿਊਟਰ ਲਗਾਏ ਗਏ ਹਨ। ਕਮਰਿਆਂ ਦੇ ਇਸ ਵਿਸ਼ਾਲ ਕਾਲਜ ਵਿੱਚ ਕਾਨਫਰੰਸ ਰੂਮ ਅਤੇ 400 ਮੀਟਰ ਦਾ ਖੇਡ ਮੈਦਾਨ ਵੀ ਹੈ। ਇਸ ਕਾਲਜ ਲਈ 18 ਏਕੜ ਜ਼ਮੀਨ ਰਾਣਾ ਗਜਿੰਦਰ ਚੰਦ ਜੀ ਦੇ ਸੁਪੁੱਤਰਾਂ ਸ਼੍ਰੀ ਟਿੱਕਾ ਜਤਿੰਦਰ ਚੰਦ ਜੀ ਅਤੇ ਕਮਲ ਨਗੇਂਦਰ ਚੰਦ ਜੀ ਵੱਲੋਂ ਕਾਲਜ ਨੂੰ ਭੇਟ ਸਵਰੂਪ ਦਾਨ ਦਿੱਤੀ ਗਈ। ਇਸ ਕਾਲਜ ਵਿੱਚ ਵਾਤਾਵਰਣ ਖਾਤਰ ਇੱਕ ਲਾਇਬ੍ਰੇਰੀ ਅਤੇ ਸਵੱਛ ਭੋਜਨ ਲਈ ਕੈਂਟੀਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਟੀਚਰ ਅਤੇ 5 ਕਰਮਚਾਰੀ ਇਸ ਕਾਲਜ ਵਿੱਚ ਸੇਵਾ ਕਰ ਰਹੇ ਹਨ। ਸੰਨ 1998 ਤੋਂ ਇਹ ਕਾਲਜ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰ ਚੁੱਕਿਆ ਹੈ। ਹਰ ਸਾਲ ਪਹਿਲੇ ਦਰਜੇ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਹੌਸਲਾ ਅਫਜ਼ਾਈ ਵਜੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਅੰਗਹੀਣ ਅਤੇ ਸਾਬਕਾ ਫੌਜੀਆਂ ਦੀਆਂ ਬੱਚੀਆਂ ਲਈ ਮੁਫਤ ਕਿਤਾਬਾਂ ਤੇ ਫੀਸਾਂ ਵਿੱਚ ਰਿਆਇਤ ਦਿੱਤੀ ਗਈ ਹੈ। ਸਵਾਸਥ ਦਾ ਧਿਆਨ ਰੱਖਦੇ ਹੋਏ ਇਸ ਕਾਲਜ ਵਿੱਚ ਖੇਡ ਮੁਕਾਬਲੇ ਦੇ ਨਾਲ-ਨਾਲ ਐਨਸੀਸੀ ਦਾ ਵੀ ਗਠਨ ਕੀਤਾ ਗਿਆ ਹੈ। ਐਨਸੀਸੀ ਵਿੰਗ ਵਿੱਚ 40 ਬੱਚੀਆਂ ਸ਼ਾਮਲ ਹੁੰਦੀਆਂ ਹਨ, ਜੋ ਕਿ 2nd ਬਟਾਲੀਅਨ ਜਲੰਧਰ ਨਾਲ ਸੰਬੰਧਿਤ ਹੈ। ਵਰਣਨਯੋਗ ਹੈ ਕਿ ਕਾਲਜ ਦੀ ਯੋਗ ਵਿਦਿਆਰਥਣ ਰਾਧਾ 26 ਜਨਵਰੀ 2007 ਰਾਸ਼ਟਰੀ ਪਰੇਡ ਦਿੱਲੀ ਲਈ ਚੁਣੀ ਗਈ। ਯੋਗ ਖੇਡ ਟੀਮਾਂ ਲਗਾਤਾਰ ਪੰਜਾਬ ਯੂਨੀਵਰਸਿਟੀ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਰਹੀਆਂ ਹਨ। ਇਸ ਕਾਲਜ ਤੋਂ 186 ਬੱਚੀਆਂ ਗ੍ਰੈਜੂਏਸ਼ਨ ਕਰ ਚੁੱਕੀਆਂ ਹਨ। ਮੈਨੂੰ ਇਸ ਕਾਲਜ ਵਿੱਚ ਆ ਕੇ ਬੜਾ ਹੀ ਅੱਛਾ ਲੱਗਿਆ। ਮੈਨੂੰ ਇੱਥੇ ਬਹੁਤ ਹੀ ਫੈਸਿਲਿਟੀਆਂ ਮਿਲੀਆਂ ਜਿਹੜੀਆਂ ਕਿ ਸ਼ਾਇਦ ਹੀ ਦੂਸਰੇ ਕਾਲਜ ਵਿੱਚ ਮਿਲ ਪਾਉਂਦੀਆਂ, ਤੇ ਮੈਨੂੰ ਸਭ ਤੋਂ ਵੱਡੀ ਫੈਸਿਲਿਟੀ ਇੱਥੇ ਬੱਸਾਂ ਦਾ ਪ੍ਰਬੰਧ ਹੋਣ ਕਰਕੇ ਮਿਲੀ। ਅਸੀਂ ਇੱਥੇ ਹਰ ਤਰ੍ਹਾਂ ਨਾਲ ਸੇਫ ਮਹਿਸੂਸ ਕਰਦੇ ਹਾਂ ਬਾਕੀ ਇਲਾਕਿਆਂ ਤੋਂ। ਜਿਸ ਤਰ੍ਹਾਂ ਬਾਕੀ ਸ਼ਹਿਰ ਆ ਉੱਥੇ ਦਾ ਮਾਹੌਲ ਵੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਕਈ ਮਾਂ-ਬਾਪ ਇਸ ਤਰ੍ਹਾਂ ਦੇ ਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਮਾਹੌਲ ਦੀ ਵਜ੍ਹਾ ਨਾਲ ਹੀ ਨਹੀਂ ਪੜ੍ਹਾ ਪਾਉਂਦੇ। ਇੱਥੇ ਸਾਨੂੰ ਹਰ ਤਰ੍ਹਾਂ ਦਾ ਬਹੁਤ ਵਧੀਆ ਵਾਤਾਵਰਣ, ਬਹੁਤ ਵਧੀਆ ਮਾਹੌਲ ਦਿੱਤਾ ਜਾਂਦਾ ਹੈ, ਜਿਸ ਕਰਕੇ ਅਸੀਂ ਬਹੁਤ ਜ਼ਿਆਦਾ ਸੇਫ ਮਹਿਸੂਸ ਕਰਦੇ ਹਾਂ। ਬੱਸਾਂ ਸਾਨੂੰ ਘਰ ਤੋਂ ਲਿਆਉਂਦੀਆਂ ਤੇ ਘਰੇ ਹੀ ਛੱਡ ਆਉਂਦੀਆਂ। ਇਸ ਕਾਲਜ ਦੇ ਨਾਲ 160 ਬੱਚੀਆਂ ਦਾ ਕੰਨਿਆ ਵਿਦਿਆਲੇ ਵੀ ਚੱਲ ਰਿਹਾ ਹੈ। ਇਹ ਵਿਦਿਆਲੇ ਕਾਲਜੀਏਟ ਹੈ, ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ। ਔਰ ਇਹ ਕਾਲਜ ਖਾਸ ਕਰ ਮੈਮ ਬੀਬੀ ਜੀ ਆਰਜੀਸੀ ਗਰਲਸ ਕਾਲਜ ਮਾਨਸੋਵਾਲ ਹਰ ਖੇਤਰ ਦੇ ਵਿੱਚ, ਵਿਦਿਅਕ ਖੇਤਰ ਵਿੱਚ, ਖੇਡਾਂ ਦੇ ਖੇਤਰ ਵਿੱਚ, ਐਨਸੀਸੀ ਦੇ ਖੇਤਰ ਵਿੱਚ ਦਿਨ ਬ ਦਿਨ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ। ਇਹ ਕਾਲਜ ਇੰਨਾ ਗੁਣਵਾਨ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ੋਨ ਏ ਦੇ ਯੂਥ ਫੈਸਟੀਵਲ ਦੇ ਮੁਕਾਬਲਿਆਂ ਦੇ ਵਿੱਚ ਇਹ ਲਗਾਤਾਰ 3 ਸਾਲਾਂ ਤੋਂ ਓਵਰਆਲ ਚੈਂਪੀਅਨਸ਼ਿਪ ਜਿਹੜੀ ਹੈ ਇਹਦੇ ਝੋਲੀ ਪੈ ਰਹੀ ਹੈ। ਔਰ ਮੁੱਖ ਸਰਪ੍ਰਸਤ ਆਚਾਰਿਆ ਸ਼੍ਰੀ ਚੇਤਨਾਨੰਦ ਜੀ ਦਾ ਸਾਡੇ ਉੱਤੇ ਹੱਥ ਹੈ। ਵਿਦਿਆ ਦਾਨੀਆਂ ਦੇ ਅਗਾਂਹ ਵਧਦੇ ਕਦਮਾਂ ਸਦਕਾ ਰੋਪੜ ਜ਼ਿਲ੍ਹੇ ਦੇ ਟਿੱਬਾ ਨੰਗਲ ਸਥਾਨ ਵਿਖੇ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਪੂਰੀ ਵਾਲੇ ਗਰੀਬਦਾਸ ਜੀ ਕਾਲਜ ਟਿੱਬਾ ਨੰਗਲ ਹੋਂਦ ਵਿੱਚ ਆਇਆ। ਸੰਨ 1998 ਵਿੱਚ ਹਵਨ ਦੁਆਰਾ ਨੀਂਹ ਪੱਥਰ ਰੱਖਿਆ ਗਿਆ। ਸੰਨ 2000 ਅਕਤੂਬਰ ਮਹੀਨੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਕਾਲਜ ਦਾ ਦੌਰਾ ਕੀਤਾ। ਇਸ ਕਾਲਜ ਵਿੱਚ ਪਹਿਲਾਂ ਸਿਰਫ 53 ਬੱਚਿਆਂ ਦੀ ਭਰਤੀ ਹੋਈ ਅਤੇ ਮੌਜੂਦਾ ਸਮੇਂ ਇਹ ਕਾਲਜ 147 ਬੱਚਿਆਂ ਨਾਲ ਚੱਲ ਰਿਹਾ ਹੈ ਅਤੇ 115 ਬੱਚੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ। ਇਸ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2001 ਵਿੱਚ ਮਾਨਤਾ ਪ੍ਰਾਪਤ ਹੋਈ।
17 ਟੀਚਰ ਅਤੇ ਕਰਮਚਾਰੀ ਇਸ ਕਾਲਜ ਵਿੱਚ ਸੇਵਾਰਤ ਹਨ। ਇੱਕੀ ਕਮਰਿਆਂ ਦੇ ਇਸ ਕਾਲਜ ਵਿੱਚ ਲਾਇਬ੍ਰੇਰੀ, ਪਲੇਗਰਾਉਂਡ ਦਾ ਵੀ ਪ੍ਰਬੰਧ ਹੈ। ਬੱਸਾਂ ਬੱਚਿਆਂ ਨੂੰ ਲਿਆਉਣ ਤੇ ਘਰ ਛੱਡਣ ਲਈ ਸੇਵਾ ਵਿੱਚ ਹਨ। ਕਰੀਬ 8 ਏਕੜ ਜ਼ਮੀਨ ਤੇ ਉਸਰਿਆ ਇਹ ਖੂਬਸੂਰਤ ਕਾਲਜ ਇਲਾਕੇ ਭਰ ਦੇ ਬੱਚਿਆਂ ਲਈ ਅੱਖਰ ਗਿਆਨ ਦਾ ਸਰੋਤ ਹੈ। ਮੈਂ ਇਸ ਕਾਲਜ ਵਿੱਚ BA ਫਾਈਨਲ ਦੀ ਵਿਦਿਆਰਥਣ ਹਾਂ। ਇਹ ਕਾਲਜ ਦੀ ਸਥਾਪਨਾ 1999 ਵਿੱਚ ਹੋਈ ਸੀ। ਇਸ ਕਾਲਜ ਦੇ ਬਣਨ ਤੋਂ ਪਹਿਲਾਂ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਆਨੰਦਪੁਰ ਜਾਂ ਰੋਪੜ ਜਾਣਾ ਪੈਂਦਾ ਸੀ, ਪਰ ਜਦੋਂ ਤੋਂ ਇਸ ਕਾਲਜ ਦੀ ਸਥਾਪਨਾ ਹੋਈ ਹੈ, ਇਲਾਕੇ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਸੁਵਿਧਾ ਪ੍ਰਾਪਤ ਹੋਈ ਹੈ। ਉਹ ਆਪਣੀ ਪੜ੍ਹਾਈ ਇੱਥੇ ਆ ਕੇ ਪੂਰੀ ਕਰ ਸਕਦੇ ਹਨ। ਪਹਿਲਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਂ-ਬਾਪ ਪੜ੍ਹਨ ਲਈ ਇੰਨੀ ਦੂਰ, ਖਾਸ ਕਰਕੇ ਲੜਕੀਆਂ ਨੂੰ ਇੰਨੀ ਦੂਰ ਨਹੀਂ ਭੇਜ ਸਕਦੇ ਸਨ, ਪਰ ਜਦੋਂ ਦਾ ਇਹ ਕਾਲਜ ਹੋਇਆ ਹੈ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਾਡਾ ਆਪਣਾ ਕਾਲਜ ਹੈ। ਕਬੱਡੀ ਅਤੇ ਭਾਰ ਚੁੱਕਣ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਇਸ ਕਾਲਜ ਵੱਲੋਂ ਹਿੱਸਾ ਲਿਆ ਜਾਂਦਾ ਹੈ। ਇਸ ਕੋਐਜੂਏਸ਼ਨ ਕਾਲਜ ਦੀ ਵਿਦਿਆਰਥਣ ਮੀਨੂ ਕੁਮਾਰੀ ਤੇ ਵਿਦਿਆਰਥੀ ਰਣਜੀਤ ਸਿੰਘ ਨੈਸ਼ਨਲ ਪੱਧਰ ਦੇ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਹਨ। ਇੱਥੇ ਸਾਨੂੰ ਵਿਵਹਾਰਿਕ ਵਿੱਦਿਆ ਦੇ ਨਾਲ ਨਾਲ ਅਧਿਆਤਮਿਕ ਵਿੱਦਿਆ ਵੀ ਮਿਲਦੀ ਹੈ। ਇੱਥੋਂ ਦੀ ਪ੍ਰਕਿਰਤਿਕ ਸੁੰਦਰਤਾ ਹਰੇਕ ਆਉਣ ਜਾਣ ਵਾਲੇ ਵਿਦਿਆਰਥੀ ਨੂੰ ਜਾਂ ਯਾਤਰੀਆਂ ਨੂੰ ਇੱਥੇ ਅਟਰੈਕਟ ਕਰਦੀ ਹੈ, ਆਪਣੇ ਵੱਲ ਅਟਰੈਕਟ ਕਰਦੀ ਹੈ। ਅਤੇ ਇੱਥੋਂ ਦੇ ਜਿਹੜੇ ਸਟਾਫ ਮੈਂਬਰਾਂ ਨੂੰ ਜਾਂ ਪ੍ਰਿੰਸੀਪਲ ਸਾਹਿਬ, ਜਿਹੜੇ ਸਾਡੇ ਨਵੇਂ ਪ੍ਰਿੰਸੀਪਲ ਸਾਹਿਬ ਆਏ ਹਨ, ਡਾਕਟਰ IS ਟਵਾਣਾ ਜੀ, ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਹਨ। ਅਤੇ ਇੱਥੋਂ ਦੇ ਜਿਹੜੇ ਸਟਾਫ ਮੈਂਬਰਾਂ ਹਨ, ਸਾਨੂੰ ਜਿਹੜੀ ਸਾਡੀ ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੇ ਹਨ। ਇਸ ਕਾਲਜ ਦੇ ਨਾਲ ਹੀ ਕਾਲਜੀਏਟ ਸਕੂਲ ਚਲਾਇਆ ਜਾ ਰਿਹਾ ਹੈ, ਜਿੱਥੇ 192 ਬੱਚੇ ਸਮੇਂ ਵਿੱਦਿਆ ਹਾਸਲ ਕਰ ਰਹੇ ਹਨ। ਲਾਗਲੇ ਕਰੀਬ 48 ਪਿੰਡਾਂ ਦੇ ਬੱਚੇ ਇਸ ਕਾਲਜ ਵਿੱਚ ਪੜ੍ਹਾਈ ਕਰਦੇ ਹਨ ਤੇ ਲਾਭ ਖੱਟ ਰਹੇ ਹਨ। ਇਹ ਕਾਲਜ ਟਿੱਬਾ ਨੰਗਲ ਵਰਗੇ ਅਜਿਹੇ ਇਲਾਕੇ ਵਿੱਚ ਸਥਾਪਿਤ ਹੈ ਜਿੱਥੇ ਕਿ ਲੋਕ ਬਹੁਤ ਹੀ ਪਛੜੇ ਹੋਏ ਹਨ, ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ। ਤੇ ਅਜਿਹੇ ਇਲਾਕੇ ਵਿੱਚ ਵਿੱਦਿਆ ਮੰਦਿਰ ਬਣਾ ਕੇ ਮਹਾਰਾਜ ਜੀ ਨੇ ਇਸ ਇਲਾਕੇ ਦੇ ਲੋਕਾਂ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਸਾਡਾ ਯੂਨੀਵਰਸਿਟੀ ਦਾ ਰਿਜ਼ਲਟ 100% ਦੇ ਕਰੀਬ ਆਉਂਦਾ ਹੈ। ਪੜ੍ਹਾਈ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਇਹ ਕਾਲਜ ਨਿਰੰਤਰ ਮੱਲਾ ਮਾਰ ਰਿਹਾ ਹੈ। ਪਿੱਛੇ ਜਿਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਰੋਪੜ ਜ਼ੋਨ ਯੂਥ ਫੈਸਟੀਵਲ ਵਿੱਚ ਸਾਡੇ ਕਾਲਜ ਨੇ 3 ਥੀਏਟਰ ਦੀਆਂ ਆਈਟਮਾਂ ਭੇਜੀਆਂ ਸਨ। ਸਾਡਾ ਨਾਟਕ ਰੇਤ ਦੀਆਂ ਕੰਧਾਂ ਰੋਪੜ ਜ਼ੋਨ ਯੂਥ ਫੈਸਟੀਵਲ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈ। ਸਾਡੀ ਸਕਿੱਟ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਔਰ ਸਾਡੀ ਮਾਈਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਾਡੇ ਕਾਲਜ ਦਾ ਨਾਂ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਇਹ ਵਿਦਿਆਦਾਨ ਦਾ ਕਾਰਵਾਂ ਇੱਥੇ ਹੀ ਨਹੀਂ ਠਹਿਰਿਆ। ਇਲਾਕੇ ਦੇ ਲੋਕਾਂ ਦੀ ਲੋੜ ਨੂੰ ਵੇਖਦਿਆਂ ਸਵਾਮੀ ਬ੍ਰਹਮਾਨੰਦ ਜੀ ਮਹਾਰਾਜ ਨੇ ਟੱਪਰੀਆਂ ਖੁਰਦ, ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਸਨ 1999-2000 ਵਿੱਚ ਮਹਾਰਾਜ ਲਾਲਦਾਸ ਬ੍ਰਹਮਾਨੰਦ ਪੂਰੀ ਵਾਲੇ ਗਰਲਸ ਕਾਲਜ ਟੱਪਰੀਆਂ ਖੁਰਦ ਦਾ ਹਵਨ ਕਰਕੇ ਨੀਂਹ ਪੱਥਰ ਰੱਖਿਆ। ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੰਨ 2000 ਵਿੱਚ ਕਾਲਜ ਦਾ ਦੌਰਾ ਕੀਤਾ ਤੇ ਰਸਮੀ ਤੌਰ ਤੇ ਉਦਘਾਟਨ ਕੀਤਾ। ਆਰੰਭ ਵਿੱਚ ਇਸ ਕਾਲਜ ਵਿੱਚ ਮਾਤਰ 173 ਵਿਦਿਆਰਥਣਾਂ ਪੜ੍ਹਦੀਆਂ ਸਨ, ਪਰ ਅੱਜ ਇਹ ਕਾਲਜ 262 ਵਿਦਿਆਰਥਣਾਂ ਨੂੰ ਵਿਦਿਆ ਲਾਭ ਦੇ ਰਿਹਾ ਹੈ। ਹੁਣ ਤੱਕ 200 ਦੇ ਕਰੀਬ ਵਿਦਿਆਰਥਣਾਂ ਇਸ ਕਾਲਜ ਤੋਂ ਗ੍ਰੈਜੂਏਸ਼ਨ ਕਰ ਚੁੱਕੀਆਂ ਹਨ। 18 ਕਮਰਿਆਂ ਦਾ ਕਾਲਜ 20 ਸਟਾਫ ਮੈਂਬਰਾਂ ਨਾਲ ਚੱਲ ਰਿਹਾ ਹੈ। ਇਸ ਕਾਲਜ ਵਿੱਚ ਆਧੁਨਿਕ ਪੜ੍ਹਾਈ ਜ਼ਰੂਰਤਾਂ ਨੂੰ ਮਹਿਸੂਸ ਕਰਦਿਆਂ ਕੰਪਿਊਟਰ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਕਾਲਜ ਵੱਲੋਂ 13 ਕੰਪਿਊਟਰਾਂ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਇਸ ਕਾਲਜ ਕੋਲ 6 ਬੱਸਾਂ ਹਨ। 7 ਏਕੜ ਵਿੱਚ ਬਣਿਆ ਇਹ ਕਾਲਜ 38 ਪਿੰਡਾਂ ਨੂੰ ਲਾਭ ਪਹੁੰਚਾ ਰਿਹਾ ਹੈ। ਇਸ ਕਾਲਜ ਵਿੱਚ 8000 ਦੇ ਕਰੀਬ ਕਿਤਾਬਾਂ ਨਾਲ ਲੈਸ ਲਾਇਬ੍ਰੇਰੀ ਹੈ। ਇਸ ਕਾਲਜ ਵਿੱਚ PG DCA ਕੋਰਸ ਅਤੇ NSS ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ। ਪਲੇਗਰਾਉਂਡ ਅਤੇ ਸਵਰਗੀ ਸ਼੍ਰੀ ਰਾਜੇਸ਼ ਪਾਇਲਟ ਖੇਡ ਸਟੇਡੀਅਮ ਬੱਚਿਆਂ ਦੇ ਖੇਡ ਹੁਨਰ ਵਾਸਤੇ ਬਣਾਇਆ ਗਿਆ ਹੈ। NCC ਦੇ ਜੂਨੀਅਰ ਤੇ ਸੀਨੀਅਰ 2 ਵਿੰਗ ਹਨ। ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਵਿਦਿਆਰਥਣ ਰੀਤੂ ਬਾਲਾ 26 ਜਨਵਰੀ 2007 ਦੀ ਰਾਸ਼ਟਰੀ ਪਰੇਡ ਦਿੱਲੀ ਲਈ ਚੁਣੀ ਗਈ।
ਮੈਂ ਸਰਬਜੀਤ ਕੌਰ, ਮੈਂ BA ਸੈਕੰਡ ਈਅਰ ਵਿੱਚ ਪੜ੍ਹਦੀ ਹਾਂ ਤੇ ਮੈਨੂੰ ਤਕਰੀਬਨ 4 ਸਾਲ ਹੋ ਗਏ ਇੱਥੇ ਪੜ੍ਹਦੇ ਹੋਏ। ਮਹਾਰਾਜ ਜੀ ਨੇ ਇੱਥੇ ਕਾਲਜ, ਇਸ ਪਛੜੇ ਇਲਾਕੇ ਵਿੱਚ ਕਾਲਜ ਖੋਲ੍ਹ ਕੇ ਇਹ ਲੜਕੀਆਂ ਤੇ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਉਪਕਾਰ ਕੀਤਾ ਆ। ਇਹ ਕਾਲਜ ਖੋਲ੍ਹ ਕੇ ਮਹਾਰਾਜ ਜੀ ਨੇ, ਜੇ ਸ਼ਾਇਦ ਇਹ ਕਾਲਜ ਨਾ ਖੋਲ੍ਹਦਾ ਤਾਂ ਸਾਡੇ ਘਰ ਦੇ ਸਾਨੂੰ ਕਿਤੇ ਹੋਰ ਕਾਲਜ ਵਿੱਚ ਪੜ੍ਹਨ ਲਈ ਨਾ ਭੇਜਦੇ। ਇੱਥੇ ਪੜ੍ਹਾਈ ਦਾ ਬਹੁਤ ਵਧੀਆ ਪ੍ਰਬੰਧ ਹੈ, ਯੋਗ ਲੈਕਚਰਰ ਹਨ, ਬੱਸਾਂ ਦਾ ਬਹੁਤ ਵਧੀਆ ਪ੍ਰਬੰਧ ਹੈ, ਬਹੁਤ ਸਾਰੀਆਂ ਸੁਵਿਧਾਵਾਂ ਹਨ। ਪੜ੍ਹਾਈ ਦੇ ਪੱਖੋਂ ਵੀ ਇਹ ਕਾਲਜ ਬਹੁਤ ਵਧੀਆ ਹੈ। ਇੱਥੇ ਫਸਟ ਸੈਕਿੰਡ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਜਾਂਦੇ ਹਨ, ਉਹਨਾਂ ਦੀ ਫੀਸ ਅੱਧੀ ਮਾਫ ਕੀਤੀ ਜਾਂਦੀ ਹੈ। हम सब भारतीय हैं, हम सब भारतीय हैं, अपनी मंजिल एक है, हा 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 एक है, हो एक है। हम सब भारतीय हैं, हम सब भारतीय हैं। ਇਹ ਕਾਲਜ ਮਹਾਰਾਜ ਬ੍ਰਹਮਾਨੰਦ ਜੀ ਭੂਰੀ ਵਾਲੇ ਨੇ 2001 ਵਿੱਚ ਸ਼ੁਰੂ ਕੀਤਾ। ਜਿਹੜਾ ਬੂਟਾ ਮਹਾਰਾਜ ਬ੍ਰਹਮਾਨੰਦ ਜੀ ਨੇ ਆਪਣੇ ਹੱਥਾਂ ਨਾਲ ਲਾਇਆ ਸੀ, ਉਹ ਮਹਾਰਾਜ ਚੇਤਨਾਨੰਦ ਜੀ ਦੀ ਸਰਪ੍ਰਸਤੀ ਦੇ ਹੇਠ ਦਿਨੋਂ ਦਿਨ ਵੱਧ ਫੁੱਲ ਰਿਹਾ ਹੈ। ਇਸ ਕਾਲਜ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਬਹੁਤ ਉੱਚੀ ਪੋਜੀਸ਼ਨ ਹਾਸਲ ਕਰ ਰਹੇ ਹਨ। ਪੰਜਾਬ ਯੂਨੀਵਰਸਿਟੀ ਵਿੱਚ ਕਰਵਾਏ ਜਾਂਦੇ ਯੂਥ ਫੈਸਟੀਵਲ ਦੇ ਵਿੱਚ ਵੀ ਸਾਡੇ ਵਿਦਿਆਰਥੀਆਂ ਦੀਆਂ ਪੋਜੀਸ਼ਨਾਂ ਬਹੁਤ ਵਧੀਆ ਆਉਂਦੀਆਂ ਹਨ ਅਤੇ ਉਹ ਬਹੁਤ ਸਾਰੇ ਇਨਾਮ ਪ੍ਰਾਪਤ ਕਰਕੇ ਆਪਣਾ ਨਾਂ ਜਿਹੜਾ ਤੇ ਆਪਣਾ ਅਤੇ ਕਾਲਜ ਦਾ ਤੇ ਇਲਾਕੇ ਦਾ ਨਾਂ ਜਿਹੜਾ ਰੌਸ਼ਨ ਕਰ ਰਹੇ ਹਨ। ਇਹ ਕਾਲਜ ਇੱਕ ਪਛੜੇ ਇਲਾਕੇ ਦੇ ਵਿੱਚ ਹੈ, ਪਰ ਲੜਕੀਆਂ ਦੀ ਵਿੱਦਿਆ ਦੇ ਵਾਸਤੇ ਬਹੁਤ ਹੀ ਯੋਗਦਾਨ ਦੇ ਰਿਹਾ ਹੈ। ਮਹਾਰਾਜ ਬ੍ਰਹਮਾਨੰਦ ਜੀ ਬਾਰੇ ਇਹ ਕਹਿਣਾਗਾ ਕਿ ਉਹ ਇੱਕ ਐਸੇ ਸੰਤ ਹੋਏ ਨੇ ਜਿਨ੍ਹਾਂ ਨੇ ਇਸ ਪਛੜੇ ਪੰਜਾਬ ਦੇ ਪਛੜੇ ਇਲਾਕਿਆਂ ਵਿੱਚ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਸਿੱਖਿਆ ਦਾ ਜੋ ਪਸਾਰ ਕੀਤਾ ਹੈ ਉਹ ਬਹੁਤ ਹੀ ਲਾਮਿਸਾਲ ਹੈ, ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਮਨੁੱਖ ਨੂੰ ਜਿਹੜੀ ਵਿੱਦਿਆ ਹੈ ਤੀਜਾ ਅੱਖ ਮੰਨੀ ਗਈ ਹੈ। ਸੋ ਇਹਨਾਂ ਨੇ ਖਾਸ ਕਰਕੇ ਇਸਤਰੀ ਵਿੱਦਿਆ ਤੇ ਲੜਕੀਆਂ ਦੀ ਵਿੱਦਿਆ ਤੇ ਜ਼ੋਰ ਦਿੱਤਾ। ਇਸ ਕਾਲਜ ਦੇ ਨਾਲ ਹੀ ਕਾਲਜੀਏਟ ਸਕੂਲ ਵੀ ਚਲਾਇਆ ਜਾ ਰਿਹਾ ਹੈ। ਟੱਪਰੀਆਂ ਖੁਰਦ ਵਿਖੇ ਹੀ ਮਹਾਰਾਜ ਲਾਲਦਾਸ ਬ੍ਰਹਮਾਨੰਦ ਪੂਰੀ ਵਾਲੇ ਪਬਲਿਕ ਸਕੂਲ ਟੱਪਰੀਆਂ ਖੁਰਦ ਵੀ ਸਫਲਤਾਪੂਰਵਕ ਚੱਲ ਰਿਹਾ ਹੈ। ਇਹ ਸਕੂਲ ਮੈਟ੍ਰਿਕ ਤੱਕ ਹੈ। 1994 ਦੇ ਜਨਵਰੀ ਮਹੀਨੇ ਤਿਆਰ ਹੋਏ ਸਕੂਲ ਨੂੰ 21 ਅਪ੍ਰੈਲ 2004 ਨੂੰ ਸੀਨੀਅਰ ਸੈਕੰਡਰੀ ਸਕੂਲ ਵਜੋਂ ਮਾਨਤਾ ਪ੍ਰਾਪਤ ਹੋਈ। ਸ਼ੁਰੂ ਵਿੱਚ ਮਾਤਰ 20 ਵਿਦਿਆਰਥੀ ਸਨ, ਜਿਹੜੇ ਅੱਜ 587 ਦੀ ਗਿਣਤੀ ਵਿੱਚ ਆਉਂਦੇ ਹਨ। ਕਰੀਬ 2 ਏਕੜ ਜ਼ਮੀਨ ਵਿੱਚ ਫੈਲੇ ਸਕੂਲ ਵਿੱਚ 13 ਕਮਰੇ ਅਤੇ 1 ਹਾਲ ਕਮਰਾ ਹੈ। ਇਸ ਸਕੂਲ ਵਿੱਚ 30 ਸ੍ਰੇਸ਼ਟ ਅਤੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਮਾਫ ਕੀਤੀ ਗਈ ਹੈ। ਇਹ ਸਕੂਲ ਸਫਲਤਾਪੂਰਨ ਲਾਗਲੇ 25 ਪਿੰਡਾਂ ਨੂੰ ਵਿਦਿਆਦਾਨ ਵੰਡ ਰਿਹਾ ਹੈ। 100 ਲੜਕੀਆਂ ਦਾ NCC ਵਿੰਗ 8 ਬਟਾਲੀਅਨ ਫਗਵਾੜਾ ਨਾਲ ਸੰਬੰਧਿਤ ਹੈ। ਵਿਦਿਆਦਾਨ ਦੇ ਇਸ ਮਹਾਯੱਗ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਗਰੀਬ ਦਾਸੀ ਸੰਪਰਦਾਇ ਪੂਰੀ ਵਾਲਿਆਂ ਵੱਲੋਂ ਜ਼ਿਲ੍ਹਾ ਲੁਧਿਆਣਾ ਰਾਏਕੋਟ ਵਿਖੇ ਬਰਮੀ ਪਿੰਡ 'ਚ ਸੀਨੀਅਰ ਸੈਕੰਡਰੀ ਸਕੂਲ ਦਾ ਆਰੰਭ ਕੀਤਾ ਗਿਆ। ਵਿਦਿਆ ਦੇ ਮਹਾਦਾਨੀਆਂ ਦਾ ਇਹ ਕਾਰਵਾਂ ਨਿਰੰਤਰ ਪਰਉਪਕਾਰ ਦੀ ਲਹਿਰ ਨੂੰ ਅੱਗੇ ਵਧਾਉਂਦਾ ਹੈ। ਇਸੇ ਕੜੀ ਵਿੱਚ ਸੰਨ 2006-2007 ਦੇ ਸੈਸ਼ਨ ਵਿੱਚ 100 ਸੀਟਾਂ ਵਾਲਾ ਮਹਾਰਾਜ ਬ੍ਰਹਮਾਨੰਦ ਪੂਰੀ ਵਾਲੇ ਰਾਣਾ ਗਜਿੰਦਰ ਚੰਦ B.Ed ਗਰਲਸ ਕਾਲਜ ਮਨਸੂਵਾਲ ਆਰੰਭ ਹੋਇਆ। ਇਸ ਕਾਲਜ ਦੀ ਵਿਸ਼ਾਲ ਬਿਲਡਿੰਗ ਦਾਨੀ ਸੱਜਣਾ ਦੇ ਸਹਿਯੋਗ ਨਾਲ ਉਸਾਰੀ ਹੇਠ ਹੈ। ਇਹ ਕਾਲਜ ਮਹਾਰਾਜ ਭੂਰੀ ਵਾਲਿਆਂ ਨੇ ਸ਼ੁਰੂ ਕੀਤਾ ਜੀ। ਇਹ ਲੜਕੀਆਂ ਦੇ ਲਈ ਕਾਲਜ ਹੈ। ਇਸ ਵਿੱਚ 100 ਸੀਟਾਂ ਨੇ। ਇਹ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਜੈਪੁਰ ਤੋਂ ਅਪਰੂਵਡ ਹੈ ਤੇ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ। ਇਹ ਲੜਕੀਆਂ ਦੀ ਜਿਹੜੀ ਹੈ ਪਹਿਲਾਂ ਕਾਲਜ ਮਹਾਰਾਜ ਚਲਾ ਰਹੇ ਨੇ, ਉਸ ਵਿੱਚ ਐਜੂਕੇਸ਼ਨ ਕਾਲਜ ਨਹੀਂ ਸੀ। ਇਹ ਪਿਛਲੇ ਸਾਲ ਇਹ ਲੋੜ ਵੀ ਉਹਨਾਂ ਨੇ ਸ਼ੁਰੂ ਕਰਕੇ ਇਹ ਪੂਰੀ ਕੀਤੀ ਹੈ ਤੇ ਇਸ ਦੇ ਨਾਲ ਵੀਮਨ ਐਜੂਕੇਸ਼ਨ ਬੜੀ ਸਪਰੈਡ ਹੋਏਗੀ, ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਇਸ ਏਰੀਏ ਦੇ ਹੀ ਟੀਚਰ ਵੀ ਅਵੇਲੇਬਲ ਹੋ ਜਾਣਗੇ।
ਵਰਣਨਯੋਗ ਗੱਲ ਇਹ ਹੈ ਕਿ ਪੂਰੇ ਪੰਜਾਬ ਵਿੱਚ ਗੈਰ ਸਹਾਇਤਾ ਪ੍ਰਾਪਤ 21 ਕਾਲਜਾਂ ਵਿੱਚੋਂ 4 ਕਾਲਜ ਗਰੀਬਦਾਸ ਐਜੂਕੇਸ਼ਨ ਟਰਸਟ ਦੇ ਹਨ। ਸੰਨ 2005 ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਵੱਲੋਂ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਵਿਦਿਆ ਅਦਾਰਿਆਂ ਨੂੰ ਸਾਲ ਵਿੱਚ ਇੱਕ ਵਾਰੀ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇੱਥੇ ਵਰਣਨਯੋਗ ਗੱਲ ਇਹ ਹੈ ਕਿ ਇਨਕਮ ਟੈਕਸ ਦੀ ਧਾਰਾ 80C ਦੇ ਮੁਤਾਬਕ ਦਾਨ ਵਜੋਂ ਦਿੱਤੀ ਜਾਂਦੀ ਰਾਸ਼ੀ ਉੱਪਰ ਟੈਕਸ ਵਿੱਚ 50% ਰਾਹਤ ਦਿੱਤੀ ਗਈ ਹੈ। ਮਹਾਪਰਉਪਕਾਰੀ ਮਹਾਦਾਨੀ ਸਤਿਗੁਰੂ ਸਵਾਮੀ ਬ੍ਰਹਮਾਨੰਦ ਜੀ ਮਹਾਰਾਜ ਦੇ ਇਸ ਨਿਸਵਾਰਥ ਮਹਾ ਵਿਦਿਆਦਾਨ ਤੇ ਵੱਡਮੁੱਲੇ ਯੋਗਦਾਨ ਨੂੰ ਵੇਖਦਿਆਂ ਹੋਇਆਂ ਸ਼੍ਰੀ BKN ਛਿੱਬਰ ਰਾਜਪਾਲ ਪੰਜਾਬ ਨੇ ਸੰਨ 1999 8 ਮਈ ਨੂੰ ਵਿਸ਼ਵ ਰੈੱਡ ਕਰਾਸ ਦੇ ਦਿਵਸ ਤੇ ਰਾਜ ਪੱਧਰੀ ਸਮਾਗਮ ਦੌਰਾਨ ਸਵਾਮੀ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਹੋਇਆਂ ਇੱਕ ਮੋਮੈਂਟੋ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ। ਜਿਸ ਵਕਤ ਸਾਰੇ ਹਿੰਦੁਸਤਾਨ ਦੇ ਵਿੱਚ ਭਰੂਣ ਹੱਤਿਆ ਜਿਹੜੀ ਹੈ, ਕੁੜੀਆਂ ਦਾ ਪੇਟ ਵਿੱਚ ਹੀ ਮਾਰ ਦੇਣ ਦੀ ਜਿਹੜੀ ਭਿਆਨਕ ਜਿਹੜੀ ਬੜੀ ਦਰਦਨਾਕ ਅਵਸਥਾ ਜਿਹੜੀ ਸਮਾਜ ਵਿੱਚ ਪੈਦਾ ਹੋਈ ਸੀ, ਉਸ ਦਾ ਸਿੱਧਾ ਹੀ ਢੰਗ ਉਹਨਾਂ ਨੂੰ ਨਜ਼ਰ ਆਇਆ ਕਿ ਲੜਕੀਆਂ ਨੂੰ ਐਜੂਕੇਟ ਕੀਤਾ ਜਾਏ। ਜਦੋਂ ਲੜਕੀ ਐਜੂਕੇਟ ਕੀਤੀ ਜਾਂਦੀ ਹੈ ਤਾਂ ਸਾਰਾ ਸਮਾਜ ਐਜੂਕੇਟ ਹੋ ਜਾਂਦਾ ਹੈ। ਸੋ ਸੰਤ ਬ੍ਰਹਮਾਨੰਦ ਜੀ ਦੇ ਵਿੱਚ ਇੱਕ ਨੇਤਾ ਵਾਲੇ ਗੁਣ ਵੀ, ਇੱਕ ਦਾਰਸ਼ਨਿਕ ਵਾਲੇ ਗੁਣ ਵੀ, ਇੱਕ ਧਾਰਮਿਕ ਸਦਾਚਾਰਕ ਨਿਆਇਸ਼ੀਲ ਵਿਅਕਤੀ ਵਾਲੇ ਵੀ ਗੁਣ ਸੀ। ਬਲਾਚੌਰ ਤਹਿਸੀਲ ਦੇ ਪਿੰਡ ਰੱਤੇਵਾਲ ਵਿਖੇ ਇਹ ਭਾਗੂਆਣਾ ਟੋਬਾ ਹੈ। ਇਸ ਸਥਾਨ ਤੇ ਸਵਾਮੀ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਨੇ ਲੰਮਾ ਸਮਾਂ ਬਿਤਾਇਆ ਅਤੇ ਮੰਦਰ ਤੇ ਟੋਬੇ ਦਾ ਨਵੀਨੀਕਰਨ ਕੀਤਾ। ਇਸ ਸਥਾਨ ਸੰਗਤਾਂ ਲਈ ਬੜਾ ਹੀ ਪੂਜਨੀਕ ਹੈ। ਇਹ ਭਵਾਨੀਪੁਰ ਦੀ ਕੁਟੀਆ ਹੈ। ਇਸ ਪਵਿੱਤਰ ਸਥਾਨ ਤੇ ਸਵਾਮੀ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਇਹ ਸਥਾਨ ਸੰਗਤਾਂ ਲਈ ਬੜਾ ਹੀ ਪੂਜਨੀਕ ਹੈ। ਸ਼੍ਰੀ N.D. ਤਿਵਾੜੀ ਉਸ ਸਮੇਂ ਦੇ ਉੱਤਰਾਂਚਲ ਦੇ ਮੁੱਖ ਮੰਤਰੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਖਾਸ ਤੌਰ ਤੇ ਪਹੁੰਚੇ। ਸਵਾਮੀ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਦੇ ਪਾਰਥਿਵ ਸਰੀਰ ਨੂੰ ਸਾਧੂ ਸਮਾਜ ਤੇ ਵਿਸ਼ਾਲ ਸੰਗਤ ਦੀ ਹਾਜ਼ਰੀ ਵਿੱਚ 4 ਮਈ 2002 ਨੂੰ ਗੰਗਾ ਜੀ ਵਿੱਚ ਜਲ ਸਮਾਧੀ ਦਿੱਤੀ ਗਈ। वेदांत आचार्य स्वामी श्री चेतनानंद जी महाराज जी पूरी वालियां नूं सतगुरु ब्रह्मानंद जी पूरी वालियां दी इच्छा अनुसार 17 मई 2002 नूं गरीबदासी पंथ दी सर्वोच्च पीठ छतरी साहब छडाणी धाम हरियाणा के पीठाधीश्वर महंत श्री दया सागर जी मेहरबान महाराज खट दर्शन साधु समाज की संगत ने ब्रह्म निवास आश्रम हरिद्वार विखे संप्रदाय का आगामी गद्दी नशीन थापिया ते आप पूरी वालियां दी गुरुगद्दी उपर नादी तारा दे चौथे गुरु रूप विराजमान हैं।
वेदांत आचार्य जी का जन्म प्रकाश 2 अप्रैल 1957 वाले दिन जिला रोपड़ की तहसील श्री आनंदपुर साहब के पिंड चांडियां कला विखे पिता श्री राम रखा जी ਅਤੇ माता श्रीमती मनसो देवी जी के घर होया। मात्र 2 सालों की उम्र में ही आपको पूरी वाले संप्रदाय के दूजे गुरु सतगुरु लालदास जी महाराज रकबे वालियां की हजूरी में अर्पण कर दिता गया। बचपन में आप जी का नाम चंद्रशेखर रखा गया। 10वीं की पढ़ाई उपरंत आपने लुधियाना पूरीवाला आश्रम में संन्यास धारण कर लिया। आप जी को स्वामी चेतनानंद जी के नाम नाल जानिया जान लग्या। आपने काशी विखे संपूर्णानंद संस्कृति विश्वविद्यालय बनारस तो 1984 तो 1992 तक वेदांत शास्त्री ते आचार्य की डिग्री प्राप्त की। लोक कल्याण की इस लहर को अगे बढ़ाते हुए स्वामी ब्रह्मानंद जी महाराज लोगों वास्ते हस्पताल खोलना चाहते सन ताकि लोगों को जल्द तो जल्द और नेड़े ही सेहत सहूलतां मिल सकन। आप जी की इस इच्छा को सत्कारदे होया आप दे गद्दी वारिस वेदांत आचार्य स्वामी श्री चेतनानंद जी महाराज पूरी वालिया ने सेहत सहूलतां लई फ्री मैडिकल कैंपां ते हस्पताल खोलण दा बीड़ा चुक्या। गरीबदासी संप्रदाय वालों हर साल 2 फ्री मैडिकल कैंप लगाए जाते हैं। इन्होंने साढ़े इत्थे 10-10 मील दे विच आले दुआले कोई हस्पताल है नहीं। इन्होंने पिछले महीने भी लाया सी 50 ऑपरेशन कराए, किसी से कोई पैसा नहीं लिया। हर महीने ये जिहड़े है वो 10 जरूर लाते हैं। पैसा पूसा किसी से कोई कुछ नहीं लेंदे। महाराज हल्का गरीब है। इस गरीब हल्के दे विच इन्होंने बड़ी महाराज इन्होंने बहुत बहुत किरपा की है भाई। दवाइयां तो वधिया तो वधिया दिंदे हैं कि मुड़ के फिर 8 दिन सद के सानू फिर दवाइयां देतियां। सातों कोई पैसा पाई नहीं लिया, ऐनक का भी कोई पैसा नहीं लिया भाई। इस करके गल है इन्हां दी मौज नाल पाई, इन्हां दी गलबात नाल सारी महाराज आचार्य दी किरपा दे नाल सब कुछ हो रहा है। आप परपक कथावाचक भी हैं। आप जी की काबलियत ते गुरु प्रति आत्म समर्पणता ਨੂੰ ਵਾਚਦਿਆਂ स्वामी ब्रह्मानंद जी ने आप संप्रदाय के आगामी गुरु वजों स्थापना दी। सत सरोवर रोड हरिद्वार उत्तरांचल विच एक ब्रह्म निवास आश्रम है। इत्थे हर साल विसाखी का दिहाड़ा बड़ी श्रद्धा पूर्वक मनाया जाता है। दिन विच 2 वार इस आश्रम विच करीब 500 फकरां नूं रसद वस्तां वंडियां जांदियां हन। उपरंत आपने दायित्व संभालदਿਆਂ ਹੋਇਆਂ पूरी वाले ਭੇਖ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਪਨੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣਾ, ਸ਼ਬਦ ਸਿਮਰਨ ਦੇ ਨਾਲ ਕਾਲਜਾਂ, ਸਕੂਲਾਂ ਤੇ ਹਸਪਤਾਲਾਂ ਦਾ ਕਾਰਜ ਸੰਭਾਲਣਾ ਸ਼ੁਰੂ ਕਰ ਦਿੱਤਾ। आप भारत के अनेकों तीर्थों तो इलावा अनेकों ही देशों ਦੀਆਂ धार्मिक यात्रावां करके शब्द का पसारा कर रहे हैं। कैनेडा के वैनकूवर इलाके विच टोरंटो विखे एक महाराज लालदास ब्रह्मानंद पुरी वाले गरीबदासी ब्रह्म निवास आश्रम है। आप जी की देखरेख विच मासूम ते लवारस छड्डियां गावां संप्रदाय वालों सारियां गौशालावां विच आराम ते चैन के दिन कट रही हैं। श्री मनोहर गौशाला मुत्तोमण नवा शहर की एक गौशाला परोपकारी शिरोमणि संत स्वामी ब्रह्मानंद जी महाराज पूरी वालिया ने अपने घर कमलों नाल उबड़ खाबड़ पई जमीन ते उसारी। एक बार हड़ आउण ते इस गौशाला विच भारी नुकसान होया ते स्वामी जी के मन नूं गहरा दुख पहुंचया। उन्हां दे यत्नां सदका अज ये गौशाला 2 मंजिला है ताकि फिर कदे अजिहा पाना ना वापर सके। गोपाल अष्टमी के सालाना समागम मौके महाराज ब्रह्मानंद जी भोग पाउंदे सन ਅਤੇ ਉਪਰੰਤ ਵਰਤਮਾਨ ਗੱਦੀ ਨਸ਼ੀਨ ਆਚਾਰਿਆ स्वामी पूरी वाले इस पवित्र दिहाड़े ते अखंड पाठां दे भोग पाउंदे हन। इस दिहाड़े ते विशेषकर गौ पूजन भी कीता जाता है। राम सरमोक्षताम टप्परियां खुर्द गौशाला है जिथे गौ माता को पूरा सन्मान बख्शा जाता है।
ਇਹ ਬ੍ਰਹਮ ਨਿਵਾਸ ਆਸ਼ਰਮ ਹਰਿਦੁਆਰ ਗਊਸ਼ਾਲਾ ਹੈ। ਇੱਥੇ ਵੀ ਗਊਆਂ ਦੀ ਪੂਰੀ ਸੰਭਾਲ ਕੀਤੀ ਜਾਂਦੀ ਹੈ ਤੇ ਇਹਨਾਂ ਦੀ ਸਿਹਤ ਸੰਭਾਲ ਦਾ ਧਿਆਨ ਰੱਖਿਆ ਜਾਂਦਾ ਹੈ। वेदांत आचार्य महाराज वालों महाराज ब्रह्मानंद जी पूरी वालियां दी पवित्र याद विच पिंड ओजेवाल जिला नवां शहर विखे गढ़ शंकर तो श्री आनंदपुर साहब रोड ते ਇਹ ਮੰਦਰ ਅਤੇ ਨਿਰਮਾਣ ਕਲਾ ਭਵਨ ਧਾਮ ओजेवाल है। ਇੱਥੇ ਮਹਾਰਾਜ ਬ੍ਰਹਮਾਨੰਦ ਪੂਰੀ ਵਾਲਿਆਂ ਦੀ ਬਰਸੀ ਹਰ ਸਾਲ 1 ਮਈ ਨੂੰ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ। इस मौके ते हुई समागम विच मनप्रीत सिंह बादल खजाना मंत्री पंजाब, स्वर्ण राम उच्च तकनीकी सिक्ख्या मंत्री, नंद लाल संसदी सकत्तर अपनी शरधा का इजहार करने लई विशेष तौर पर हाजिर सन। संगतां नूं बिना किसी वितकरे तो बड़ी शरधा ते प्यार नाल लंगर छकाया जाता है। आईयां संगतां बिना किसी भेदभाव तो रल मिल के गुरु घर विच सेवा करदियां हन। प्रेम दे विच सारे एक हो गए। विदुरानी दी 4 अखां सी, 4 अखां दोनां दी सी, भगवान कृष्ण दी ते दोहां दी 4 अखां 2 अखां हो गईयां। 2 मन सी, 1 मन हो गया। भगवान छिलका खा रहे, पता ही नहीं लग रहा कि मैं केला खा रहा कि छिलका खा रहा, क्योंकि भगवान प्रेम च मस्त हो गए। विदुरानी खिलाने च मस्त हो गई और भगवान कृष्ण प्रेम च मस्त हो गए। जिस तरह भौरा पराग फुल दे विच मस्त होकर के उड़ना भुल जाता है और कई फुल जड़े ने खिड़ते ने और शाम के वक्त तो जड़े ने वो कमल जड़ा सुंगड़ जाता है और प्रभात के समय कमल जड़ा है फिर जड़ा खिल जाता है। लेकिन भौरा जड़ा वो पराग की सुगंध च बैठ करके उड़ना भुल गया और इन्ना मस्त हो गया कि पराग वो जी पंखड़ियां सी कमल दियां उन्हें उसको बंद कर लिया, पिछी बैठा के कर लिया। अज ठीक यही हालत कि भगवान अपने भगत के प्रेम च इन्ने मस्त हो गए कि भुल गए उस छिलके दे कि छिलका खा रहे हैं कि केला खा रहे हैं। आखिर की होया? आखिर ये सिलसिला जारी है। प्रेमी सज्जनों, सतयुग और द्वापर और त्रेता दे पुरुष की भक्ति बराबर रहा करती सी, लेकिन कलयुग ऐसा युग है जिहदे स्त्री की भक्ति पुरुष नालों ज्यादा होएगी। यह है प्रेम भक्ति, प्रेम भक्ति। भगवान का वरदान है कि मातावां देवियां च भक्ति कलयुग दे विच ज्यादा करें और पुरुषां च उन्हां च भक्ति होएगी जिहड़े गुरुआं दी चरना का विश्वास रखते, उन्होंने भक्ति होगी। याद रखें, विदुर की भक्ति थोड़ा कमी है और विदुर आकर के देखता है दृश्य को और घबरा जाता है, ओहो मेरी पत्नी ने तो कपड़े भी नहीं पहने,
ਉਹ ਤੇਰਾ ਭਲਾ। ਫਿਰ ਧਿਆਨ ਗਿਆ, ਉਹ ਮੇਰੀ ਪਤਨੀ ਨੇ ਤਾਂ ਆ ਕੀ ਕਰਦੀ ਹੈ, ਅਕੇਲਾ ਜਿਹੜਾ ਥੱਲੇ ਗਿਰੀ ਜਾਂਦੀ ਹੈ, ਛਿਲਕਾ ਅੱਗੇ ਕਰੀ ਜਾਂਦਾ, ਉਹ ਤੇਰਾ ਭਲਾ। ਇਹ ਤਾਂ ਹੋਰ ਵੀ ਅਨਰਥ ਹੋ ਗਿਆ। ਇੱਥੇ ਚਤੁਰਾਈ ਹੈ। ਵਿਦੁਰ ਚਤੁਰਾਈ ਦੇ ਨਾਲ ਭਗਵਾਨ ਦੀ ਪੂਜਾ ਕਰਨਾ ਚਾਹੁੰਦਾ ਹੈ, ਲੇਕਿਨ विदुरानी दे मन च चतुराई नहीं है, केवल प्रेम है, केवल प्रेम है, केवल प्रेम है। प्रेम बिना नहीं मिलता प्रीतम, प्रेम बिना, 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 प्रेम बिना रखने वाला, प्रेम बिना, प्रेम बिना नहीं मिलता रखने वाला, प्रेम बिना, प्रेम बिना नहीं मिलता रखने वाला, प्रेम बिना, प्रेम बिना नहीं मिलता रखने वाला, प्रेम बिना। विदुर रामा अवतार दे विच एक बार मैं भोजन, एक बार मैं रसा स्वादन कीता सी। भीलनी दे उन्हां झूठे बेरा नूं खा के आनंद आया सी। कृष्ण अवतार दे विच मैनूं अज एक बार खाण दा स्वाद आया, वो ये खाण दा आनंद आया, वो ये कि अज इन्हां छिलकियां च आनंद आया है। मैं 2 बार ही प्रेम भक्ति च आकर के भगवान ने कहा कि मैं भोग लगाया है, बाकी मैं भोग लगा लेना, लेकिन प्रेम बहुत रेयर केस है लोगों च, बहुत घट केस ने ऐसे प्रेम जिहड़े कि विशुद्ध प्रेम विदुर और भीलनी की तरह। काश कि तू ना आंदा है साडे प्रेम विच विघन पा दिता। प्रेमी सज्जनों, विदुर अपनी पत्नी दे प्रेम नालों पिछे और पत्नी विदुरानी अपने पति दे प्रेम नालों किते है। कोई भी उस परमात्मा दे नाल प्रेम कर सकता है। ये नहीं इतने किते भी किसी वेदशास्त्र, किसी महापुरुष को पूछ के देख लो, किसी ने क्या होगा कि पुरुषों को परमात्मा ने पहला मिलना है और स्त्रियों को बाद च मिलना है। कोई भी अपना प्रेम परमात्मा के चरणों च प्रगट कर सकता है, बशर्त है कि प्रेम होवे ते क्या ना होवे, प्यार ना होवे, स्वार्थ ना होवे, स्वार्थ ना होवे, स्वार्थ ना होवे। और जे असी स्वार्थ करके मनते हैं, स्वार्थ की पूर्ति तो परमेश्वर ने कर देनी है, लेकिन परमेश्वर ने सानू प्रेम नहीं देना। ते अज दे मैं इस सत्संग तुहानू सारिਆਂ ਨੂੰ प्रेरणा करदा। स्वामी जी ने, शास्त्री जी ने बाबा गरीबदास की बाणी का यह श्लोक उठाया सी, बिना प्रेम कोई पार न उतरे, कोटक ज्ञान के हारे, जो सूरज के आगे बदरा, ऐसे कर्म श्यारे, प्रेम की पौन करे चित मज्जन, चल के तेज नयारे, जिन प्रेम कियो तिन ही प्रभु पायो, रहमन धागा प्रेम का मत तोड़ो चुटकाए, टूटे से फिर ना जुड़े, जुड़े गांठ पड़ जाए। गांठ भी पड़ी है, जुड़ना भी नहीं है, और बवाद खड़ा हो जाना है। इस करके मैं देख रहा तुहाडे च प्रेम पनप रहा है और बहुत सारे सतगुरां दे ऐसे जीव है इत्थे आए हुए हैं जिन्हां दा सचमुच ही प्रेम है। और विशेष करके मैनूं कोई कहने च कोई गरेज नहीं, माइयां दा, मातावां दा प्रेम वास्तविक बई ज़्यादा है, इहदे च कोई शक नहीं है। और तुहाडा है अंदर अंदर दबिया हुआ होगा, लेकिन वो दबे को प्रगट भी करया करो। वो जदों दबिया हुंदा है, जे प्रेम होवे वो प्रगट हो जाता है। आ देखो ना साडे महापुरुष, मैं इन्होंने कई बार कहना कि तुसी ना मस्त होकर नचा करो कई लोग, लेकिन इन्हों के बस की गल नहीं, तुसी थोड़ा नच सकते, तुम नच लो, तुम तो बोलन लगे भी देखते भी मैनू कोई पीछे बैठा है ना कहा भगत बनया वा तो उत्थे जाके सत्संग, वो भगत का टाइटल लैण वास्ते तो बहुत कुछ करना पैंदा है। कोई मंत्री का बनना है, कोई प्राइम मिनिस्टर बनना है, वो कोई ज्यादा औखा नहीं है, वो बहुत सौखा है। लेकिन जिन्होंने भगती का टाइटल चाहिए है उसको तो बहुत समर्पित करना पैना। जे तो भगत कह देता फिर होर क्या चाहिए। और तुसी तो कीर्तन करने लगे भी देखते एक दूसरे वाले मैंने कोई देख ना लगा। फिर जिहड़ा प्रेम च मस्त हुंदा, दीवाना हुंदा है, जिहड़ा परवाना हुंदा है, वही इत्थे फिर
ਉਹਨੂੰ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ, ਉਹਨੂੰ ਲੋਕ ਲੱਜਾ ਨਹੀਂ ਰਹਿੰਦੀ। ਇਸ ਕਰਕੇ ਪ੍ਰੇਮ ਦਾ ਇੱਕ ਸਭ ਤੋਂ ਵੱਡਾ ਲਕਸ਼ਣ ਹੈ, ਸਰੀਰ ਦਾ ਔਰ ਲੋਕ ਲੱਜਾ ਦਾ ਉਹਨੂੰ ਬਿਲਕੁਲ ਖਿਆਲ ਨਹੀਂ ਰਹਿੰਦਾ। ਇਸ ਕਰਕੇ ਮੈਂ ਸਾਰਿਆਂ ਨੂੰ ਕਹਾ ਕਿ ਅੱਜ ਦੇ ਇਸ ਪ੍ਰਸੰਗ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਗੁਰੂਆਂ ਦੇ ਨਾਲ, ਮਹਾਂਪੁਰਸ਼ਾਂ ਦੇ ਨਾਲ ਔਰ ਸਾਰੀ ਹੀ ਸ੍ਰਿਸ਼ਟੀ ਦੇ ਨਾਲ ਤੁਸੀਂ ਪ੍ਰੇਮ ਕਰੋ, ਨਿਸ਼ਚਿਤ ਹੀ ਆਪਣੀ ਤੁਸੀਂ ਮੰਜ਼ਿਲ ਨੂੰ ਤੈਅ ਕਰ ਲਓਗੇ, ਤੁਸੀਂ ਆਪਣੇ ਲਕਸ਼ ਦੀ ਸਾਰੇ ਲੋਕ ਪ੍ਰਾਪਤੀ ਕਰੋਗੇ। ਦਰ ਸਤਿਗੁਰ ਦੇ ਆਏ ਭੁੱਖੇ ਪਾਰ ਵਾਜਨਾ ਦੇ, ਦਰ ਸਤਿਗੁਰ ਦੇ ਆਏ ਭੁੱਖੇ ਪਾਰ ਵਾਜਨਾ ਦੇ, ਅੱਜ ਦਰ ਪੂਰੀ ਵਾਲੇ ਦੇ ਆਏ ਭੁੱਖੇ ਪਾਰ ਵਾਜਨਾ ਦੇ, ਅੱਜ ਦਰ ਪੂਰੀ ਵਾਲੇ ਦੇ ਆਏ ਭੁੱਖੇ ਪਾਰ ਵਾਜਨਾ ਦੇ, ਅੱਜ ਦਰ ਪੂਰੀ ਵਾਲੇ ਦੇ ਆਏ ਭੁੱਖੇ ਪਾਰ ਵਾਜਨਾ ਦੇ, ਅੱਜ ਦਰ ਪੂਰੀ ਵਾਲੇ ਦੇ ਆਏ ਭੁੱਖੇ ਪਾਰ ਵਾਜਨਾ ਦੇ, ਵੇ ਪਾਰ ਵਾਜਨਾ ਦੇ, ਭੁੱਖੇ ਪਾਰ ਵਾਜਨਾ ਦੇ, ਪਾਰ ਵਾਜਨਾ ਦੇ, ਭੁੱਖੇ ਪਾਰ ਵਾਜਨਾ ਦੇ, ਪਾਰ ਵਾਜਨਾ ਦੇ, ਭੁੱਖੇ ਪਾਰ ਵਾਜਨਾ ਦੇ, ਪਾਰ ਵਾਜਨਾ ਦੇ, ਭੁੱਖੇ ਪਾਰ ਵਾਜਨਾ। बोलो सतगुर गमा वालों की जय, बोलो सतगुर पुरी वालों की जय, बोलो सतगुर रकवे वालों की जय, बोलो गुरुदेव भगवान की जय, बोलो गुरुदेव भगवान की जय, बोलो गुरुदेव भगवान की जय। सर्वे भवन्तु सुखिनः, सर्वे सन्तु निरामया, सर्वे भद्राणि पश्यन्तु, मा कश्चित् दुःखभाग् भवेत्। ॐ पूर्णमदः पूर्णमिदं पूर्णात् पूर्णमुदच्यते, पूर्णस्य पूर्णमादाय पूर्णमेवावशिष्यते। ॐ शान्ति शान्ति शान्तिर्